ना कोई ये होवे ये मान ग्रुप है जी, बब्बू मान दा जी, ये सिंगर ग्रुप है जी, ये फलाना है जी, ये काम बंद कर दो। जे तां तुसीं पार्टीबाजी करनी है फिर तां ये अज भी फेल है तां ये कल भी फेल है। तुसीं हुण की शुरू कर लिया, की कर लिया तुसीं जी? ये वो अगराहां साहब दा जी, हाँ ये जी असीं लखे नूं नहीं लाना जी, ये जी असीं ये दीप वाला जी। भाजी ना इदां करो, आपां इक ना प्लेटफार्म ते आ जाइए। ਜਿਹੜੇ ਕਿਸਾਨ ਵਿਚਾਰੇ ਇੰਨੇ ਟਾਈਮ ਤੋਂ ਰੁਲੀ ਜਾਂਦੇ ਨੇ, ਉਹ ਦਿੱਲੀ ਰੁਲੀ ਜਾਂਦੇ ਨੇ, ਫਸਲ ਸਾਡੀ ਜਿਹੜੀ ਹੈ ਉਹ ਜ਼ਮੀਨ ਤੋਂ ਰੁਲੀ ਜਾਂਦੀ ਹੈ, ਕਿਸਾਨ ਮੰਡੀਆਂ 'ਚ ਰੁਲੀ ਜਾਂਦੇ ਨੇ। ਮੰਡੀਆਂ ਦੇ ਵਿੱਚ ਬੱਚੇ ਯਾਰ ਜਾਨੋਂ ਡਰਾਤੇ, ਉਹ ਦਿੱਲੀ ਪੁਲਿਸ ਚੁੱਪ ਕਰਕੇ ਉੱਥੋਂ ਪੈਰਾਸ਼ੂਟ ਰਾਹੀਂ ਉਤਰਦੀ ਏ, ਇੱਥੋਂ ਮੁੰਡੇ ਚੁੱਕ ਕੇ ਤੇ ਉਹਨਾਂ ਨੂੰ 4 ਦਿਨ ਤਸੱਦਦ ਢਾਇਆ, ਫਿਰ ਉੱਥੇ ਛੱਡ ਕੇ ਜਾਣਾ, ਉਹਨੂੰ ਉਧਰ ਨੂੰ ਲੈ ਗਏ। ਉਹ ਰਵਈਆ ਕੋਈ ਮੈਨੂੰ ਇਦਾਂ ਦਾ ਨਹੀਂ ਲੱਗ ਰਿਹਾ ਵੀ ਸਾਡੇ ਦੇਸ਼ ਦਾ ਇੱਕ ਸਾਂਝਾ ਪ੍ਰਧਾਨ ਮੰਤਰੀ ਨੇ, ਮੈਂ ਕਹਿਣਾ ਨਹੀਂ ਚਾਹੁੰਦਾ ਜਿੱਦਾਂ ਸ਼ਰੀਕਾਂ ਦਾ ਇੱਕ ਰਵਈਆ ਹੁੰਦਾ ਪੰਜਾਬ ਨੂੰ। ਪਹਿਲਾਂ ਤਾਂ ਮਤਰੇਈ ਮਾਂ ਆਪਾਂ ਕਹਿੰਦੇ ਸੀ ਨਾ, ਮਤਰੇਈ ਮਾਂ ਵਾਲਾ, ਹੁਣ ਸ਼ਰੀਕਾਂ ਵਾਲਾ ਹੈ। ਸ਼ਰੀਕਾਂ ਦਾ ਕੀ ਹੁੰਦਾ ਵੀ ਇਹ ਦੁਖੀ ਨੇ, ਇਹਨਾਂ ਨੂੰ ਹੋਣ ਦੇ, ਹੱਸੋ। ਪੀਐਮ ਕੇਅਰ ਫੰਡ ਸਭ ਤੋਂ ਬੜਾ ਮੁੱਦਾ, ਫਸਟ ਵੇਵ ਦੇ ਅੰਡਰ ਇਹਨਾਂ ਨੇ ਪੀਐਮ ਕੇਅਰ ਫੰਡ ਬਣਾਇਆ ਗਿਆ। ਔਰ ਰੀਸੈਂਟਲੀ ਪਤਾ ਕੀ ਲੱਗ ਰਿਹਾ, ਪੀਐਮ ਕੇਅਰ ਫੰਡ ਦੇ ਵਿੱਚ ਪੀਐਮ ਖੁਦ ਹੀ ਆਪਣੇ ਆਪ ਨੂੰ 2.5 ਲੱਖ ਰੁਪਇਆ ਦੇ ਰਿਹਾ। ਔਰ ਮੈਂ ਤੇ ਬ੍ਰਦਰ ਅਸੀਂ ਉਹ ਲੋਏ ਨਾ, ਮੈਂ ਇੱਥੇ ਕੋਈ ਮਾਣ ਦੀ ਗੱਲ ਨਹੀਂ ਕਰਦਾ, ਜਿਨ੍ਹਾਂ ਨੇ 5 ਅਕਤੂਬਰ 2020 ਨੂੰ ਸਭ ਤੋਂ ਪਹਿਲਾਂ SLP ਅਸੀਂ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਅਸੀਂ ਦਾਖਲ ਕੀਤੀ ਸੀ। ਅਸੀਂ ਜਿਹੜੇ ਕਿਸਾਨ ਆ, ਅਸੀਂ ਹਨੇਰੇ 'ਚ ਪਾਤੇ, ਤੁਸੀਂ ਅਸੀਂ ਹਨੇਰੇ 'ਚ ਬੈਠੇ ਆ ਇਸ ਵੇਲੇ, ਸਾਨੂੰ ਪਤਾ ਹੀ ਨਹੀਂ ਵੀ ਅਸੀਂ ਫਸਲ ਕਿਹੜੀ ਗਾਲੀਏ। ਇੱਕ ਪਲੇਟਫਾਰਮ ਤੇ ਜਿਸ ਦਿਨ ਆ ਗਏ ਨਾ, ਉਸ ਦਿਨ ਆਪਣੀ ਕਾਮਯਾਬੀ ਹੋਊਗੀ ਔਰ ਇਹ ਕਾਨੂੰਨ ਵੀ ਹੋਣਗੇ ਵਾਪਸ, ਇਹ ਅੱਜ ਵੀ ਹੋਣਗੇ ਤੇ ਕੱਲ ਵੀ ਹੋਣਗੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਸਰਖਾਬ ਟੀਵੀ ਤੇ ਮੈਂ ਆ ਹਰਜਿੰਦਰ ਸਿੰਘ ਢਿੱਲੋਂ। ਗੱਲ ਕਰ ਦਾਂਗੇ, ਜਿਵੇਂ ਅਲੱਗ-ਅਲੱਗ ਮੁੱਦੇ ਖੜੇ ਹੁੰਦੇ ਨੇ ਪੰਜਾਬ ਦੇ ਵਿੱਚ ਲਾ ਲਈਏ ਜਾਂ ਪੂਰੇ ਦੇਸ਼ ਦੇ ਵਿੱਚ ਲਾ ਲਈਏ, ਤਾਂ ਉਹਨਾਂ ਮੁੱਦਿਆਂ ਨੂੰ ਲੈ ਕੇ ਅੱਜ ਅਸੀਂ ਬਾਈ ਘੁੰਮਣ ਬ੍ਰਦਰ ਜੀ ਨੇ, ਜਿਹੜੇ ਕਿ ਐਡਵੋਕੇਟ ਨੇ ਹਾਈ ਕੋਰਟ ਦੇ ਵਿੱਚ, ਗੱਲਬਾਤ ਕਰਾਂਗੇ। ਬਾਈ ਜੀ ਪਹਿਲਾਂ ਦਾ ਸਵਾਗਤ। ਹਾਂਜੀ ਹਾਂਜੀ, ਬਹੁਤ ਬਹੁਤ ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਬਾਈ ਬੜੇ ਕੇਸ ਲੜੇ ਨੇ ਹਨਾ, ਅੱਜ ਪੰਜਾਬ ਦੇ ਹਾਲਾਤ ਕਿਸ ਤਰੀਕੇ ਨਾਲ ਦੇਖਦੇ ਹੋ? ਜਿਵੇਂ ਹੁਣ ਕਿਸਾਨੀ ਅੰਦੋਲਨ ਵੀ ਚੱਲ ਰਿਹਾ ਹੈਗਾ, ਇਹਨਾਂ ਨੂੰ ਕਿਸ ਤਰੀਕੇ ਨਾਲ ਦੇਖੋ? ਦੇਖੋ, ਮੈਂ ਤਾਂ ਸਟਾਰਟ ਇਸ ਗੱਲ ਦੇ ਉੱਪਰ ਕਰਾਂਗਾ ਕਿ ਜਦੋਂ ਇਹ ਕਾਲੇ ਕਾਨੂੰਨ ਬਣੇ ਨੇ ਤਾਂ ਇਹਨਾਂ ਦੇ ਅਗੇਂਸਟ ਸਭ ਤੋਂ ਪਹਿਲਾਂ ਜਿਹੜੀ ਆਵਾਜ਼ ਖੜੀ ਕੀਤੀ, ਬੁਲੰਦ ਕੀਤੀ, ਉਹ ਆਪਣੇ ਪੰਜਾਬ ਵਾਲਿਆਂ ਨੇ ਕੀਤੀ। ਉਸ ਤੋਂ ਬਾਅਦ ਲੱਖ ਲੱਖ ਅਸੀਂ ਧੰਨਵਾਦ, ਅਸੀਂ ਤੁਸੀਂ ਕਹ ਲਓ ਵੀ ਅਸੀਂ ਕਰਾਂਗੇ, ਜਿਹੜੇ 'ਚ ਸਾਡੀਆਂ ਜਿਹੜੀਆਂ ਨੇਬਰਿੰਗ ਗੁਆਂਢੀ ਸਾਡੇ ਜਿਹੜੇ ਸਟੇਟਸ ਨੇ, ਉਹ ਕਹਿ ਲਓ, ਜਿਹਦੇ 'ਚ ਯੂਪੀ ਕਹਿ ਲਈਏ, ਹਰਿਆਣਾ ਕਹਿ ਲਈਏ, ਰਾਜਸਥਾਨ ਕਹਿ ਲਈਏ। ਸੋ ਇਹ ਤੁਸੀਂ, ਮੈਂ ਇੱਥੇ ਇੱਕ ਨਟਸ਼ਲ ਮੈਂ ਗੱਲ ਇੱਕ ਕਹਿਣੀ ਚਾਹੁੰਦਾ ਕਿ ਬਹੁਤ ਚੰਗੇ ਤਰੀਕੇ ਨਾਲ ਸਾਰੀ ਸ਼ੁਰੂਆਤ ਕੀਤੀ, ਜਿਹਦੇ 'ਚ ਅਸੀਂ ਪ੍ਰੋਟੈਸਟ ਕੀਤਾ ਸੀ ਇਹਦੇ ਅਗੇਂਸਟ ਕਿ ਇਹ ਜਿਹੜੇ ਬਿੱਲ ਨੇ, ਤਿੰਨੇ ਹੀ ਕਾਨੂੰਨ ਜਿਹੜੇ ਨੇ, ਇਹ ਬਲੈਕ ਲਾਜ਼ ਜਿਹੜੇ ਨੇ ਸੈਂਟਰ ਗਵਰਨਮੈਂਟ ਨੇ ਪਾਸ ਕੀਤੇ ਨੇ। ਚਲੋ ਮੈਂ ਉਧਰ ਨਹੀਂ ਜਾਵਾਂਗਾ ਕਿ ਉਹਦੇ 'ਚ ਵੀ ਬੜੇ, ਮਤਲਬ ਮੈਂ ਕਹਾਂਗਾ ਕਿ ਕਾਫੀ ਲੂਪ ਹੋਲ ਸੀਗੇ, ਵੀ ਜਿਵੇਂ ਤੁਸੀਂ ਕਿਸੇ ਵੀ ਸਾਡੀ ਕਿਸਾਨ ਜਥੇਬੰਦੀਆਂ ਸੀਗੀਆਂ ਜਾਂ ਸਾਡੇ ਤੁਸੀਂ ਕਹਿ ਲਓ ਵੀ ਸਾਡੇ ਰਿਪਰੈਜ਼ੈਂਟੇਟਿਵ ਸੀਗੇ, ਕਿਸੇ ਵੀ ਸਾਡੀ ਕਿਸਾਨ ਜਥੇਬੰਦੀ ਨੇ ਇਹ ਨਹੀਂ ਕਿਹਾ ਕਿ ਸਾਨੂੰ ਇਹਨਾਂ ਕਾਲੇ ਕਾਨੂੰਨਾਂ ਦੀ ਜਾਂ ਇਸ ਤਰੀਕੇ ਦੀ ਕਾਨੂੰਨਾਂ ਦੀ ਲੋੜ ਹੈ ਜਿਹਦੇ 'ਚ ਅਸੀਂ ਜਿਹੜੀ ਮੰਡੀ ਕਰਨੀ ਉਹਨੂੰ ਅਸੀਂ ਪ੍ਰਾਈਵੇਟ ਕਰ ਦੇਣਾ। ਉਸ ਤੋਂ ਬਾਅਦ 2 ਮਹੀਨੇ ਪੰਜਾਬ ਦੇ ਵਿੱਚ ਪ੍ਰੋਟੈਸਟ ਚੱਲਦਾ ਜੀ, ਇੱਥੇ ਤੁਸੀਂ ਕਹ ਲਓ ਵੀ ਅਸੀਂ ਗੱਡੀਆਂ ਵੀ ਰੋਕੀਆਂ, ਅਸੀਂ ਬੜਾ ਕੁਝ ਕੀਤਾ। ਉਸ ਤੋਂ ਬਾਅਦ ਦੇਖੋ, ਜਿਹੜੀ ਇੱਕ ਬੜੀ ਸ਼ਰਮ ਵਾਲੀ ਗੱਲ ਮੈਂ ਇੱਕ ਕਹਿਣੀ ਚਾਹੁੰਦਾ, ਉਹ ਇਹ ਗੱਲ ਅਸੀਂ ਕਹਿਣੀ ਚਾਹੁੰਦੇ ਹਾਂ ਕਿ ਲਗਭਗ ਮੈਨੂੰ ਲੱਗਦਾ 4 ਤੋਂ 5 ਮਹੀਨੇ ਦਾ ਜਿਹੜਾ ਸਮਾਂ ਹੈ, ਉਹ ਲਗਭਗ ਸਮਝ ਲਓ ਵੀ ਦਿੱਲੀ ਦੇ ਵਿੱਚ ਸਾਡਾ ਨਿਕਲਿਆ। ਸੋ ਮੈਨੂੰ ਸ਼ਰਮ ਵਾਲੀ ਗੱਲ ਮੈਂ ਇਸ ਕਰਕੇ ਕਹਾਂਗਾ ਕਿ ਇਨੀਸ਼ੀਅਲੀ ਮੈਨੂੰ ਪਤਾ ਉਹਨਾਂ ਦਿਨਾਂ ਦੇ ਵਿੱਚ ਅਸੀਂ ਸਾਰੇ ਆਪਾਂ ਰਲ ਕੇ ਅਸੀਂ ਉੱਥੇ ਸਾਰੇ ਪ੍ਰੋਟੈਸਟ ਕਰਦੇ ਰਹੇ। ਇਨੀਸ਼ੀਅਲੀ ਸਾਨੂੰ ਇਨਵੀਟੇਸ਼ਨਸ ਜਿਹੜੇ ਸੀਗੇ ਉਹ ਸੈਂਟਰ ਗਵਰਨਮੈਂਟ ਤੋਂ ਸਾਨੂੰ ਆਉਂਦੇ ਰਹੇ, ਉਹ ਸਾਨੂੰ ਭਾਵੇਂ ਐਗਰੀਕਲਚਰ ਮਿਨਿਸਟਰ ਰਾਹੀਂ ਆਉਂਦੇ ਸੀਗੇ, ਪਰ ਉਹਦੇ 'ਚ ਇੱਕ ਸ਼ਰਮ ਵਾਲੀ ਗੱਲ ਇਹ ਸੀ ਵੀ ਜਿਹੜੇ ਸਾਡੇ ਕੰਟਰੀ ਦੇ ਪ੍ਰਧਾਨ ਮੰਤਰੀ ਨੇ, ਉਹਨਾਂ ਨੇ ਇੱਕ ਮੀਟਿੰਗ ਵੀ ਤੁਸੀਂ ਕਹਿ ਲਓ, ਢਿੱਲੋਂ ਸਾਹਿਬ ਵੀ, ਉਹਨਾਂ ਨੇ ਜਿਹੜੀ ਸਾਡੀ ਮੀਟਿੰਗ ਕਿਸਾਨਾਂ ਦੇ ਨਾਲ ਜਿਹੜੀ ਮੀਟਿੰਗ ਹੋਈ ਏ, ਉਹ ਇੱਕ ਵੀ ਮੀਟਿੰਗ ਉਹਨਾਂ ਨੇ ਅਟੈਂਡ ਨਹੀਂ ਕੀਤੀ। ਔਰ ਉਸ ਤੋਂ ਬਾਅਦ ਜੇਕਰ ਆਪਾਂ ਇੱਕ ਕਹੀਏ ਵੀ ਅਸੀਂ ਇਹਨਾਂ 5-4 ਮਹੀਨਿਆਂ 'ਚ ਸਾਡੇ ਹੱਥ ਕੀ ਲੱਗਿਆ, ਸਾਡੇ ਹੱਥ ਕੀ ਲੱਗਿਆ ਜੀ? ਸਾਡੇ ਹੱਥ ਇਹ ਲੱਗੀਆਂ ਕਿ ਸਾਡੇ ਬੜੇ ਨੌਜਵਾਨ ਬੱਚੇ ਜਿਹੜੇ ਬੜੇ ਉਤਸ਼ਾਹ ਨਾਲ ਜਾ ਕੇ ਪ੍ਰੋਟੈਸਟ ਕਰਨ ਦਾ, ਦੇਖੋ ਰਾਈਟ ਹੈ, ਕਨਸਟੀਟਿਊਸ਼ਨਲ ਰਾਈਟ ਹੈ ਕਿ ਜੇਕਰ ਕੋਈ ਕਾਨੂੰਨ ਇਹੋ ਜਿਹੇ ਤੁਹਾਡੇ ਪਾਸ ਹੁੰਦੇ ਨੇ ਤਾਂ ਉਹਨਾਂ ਕਾਨੂੰਨਾਂ ਦੇ ਅਗੇਂਸਟ ਤੁਹਾਡਾ ਪ੍ਰੋਟੈਸਟ ਕਰਨ ਦਾ ਹਰੇਕ ਸਿਟੀਜ਼ਨ ਦਾ ਸਾਡਾ ਰਾਈਟ ਹੈ। ਤਾਂ ਸਾਡੀ ਝੋਲੀ ਕੀ ਪੈਂਦਾ? ਸਾਡੀ ਝੋਲੀ ਇਹ ਪੈਂਦਾ ਕਿ ਦੇਖੋ ਸਾਡੇ ਬੜੇ ਬੱਚੇ ਸਾਡੇ ਪੰਜਾਬ ਤੋਂ ਜਿਹੜੇ ਵਿਚਾਰੇ ਸ਼ਹਾਦਤਾਂ ਪਾ ਗਏ, ਬੜੇ ਬਜ਼ੁਰਗ ਉੱਥੇ ਬੈਠੇ ਸ਼ਹਾਦਤਾਂ ਪਾ ਗਏ। ਸੋ ਸਾਡੀ ਇੱਕ ਤਾਂ ਸਮਝ ਲਓ ਵੀ ਸਾਡੇ ਝੋਲੀ 'ਚ ਪਈਆਂ ਸਾਡੀਆਂ ਉਹ ਇੰਨੇ ਬੱਚਿਆਂ ਦੀਆਂ ਲਾਸ਼ਾਂ ਜਾਂ ਉਹ ਲੋਕ ਜਿਹੜੇ ਉੱਥੇ ਵਿਚਾਰੇ ਗਏ ਜਿਹੜੇ ਚੜ੍ਹਾਈ ਕਰਕੇ। ਸੈਕਿੰਡ ਮੈਂ ਇਹ ਗੱਲ ਕਹਾਂਗਾ ਕਿ ਜਿਹੜੀ ਨੈਸ਼ਨਲ ਇਨਵੈਸਟੀਗੇਟਿੰਗ ਏਜੰਸੀ, ਐਡੀ ਵੱਡੀ ਏਜੰਸੀ ਹੈ, ਉਹਨਾਂ ਨੇ ਇਹ ਉਦੋਂ ਕਨਸਟੀਟਿਊਟ ਕੀਤੀਆਂ ਸੀਗੀਆਂ ਜਦੋਂ ਬੰਬੇ ਬਲਾਸਟ ਕੀਤਾ ਜਾਂ ਅਟੈਕ ਕੀਤਾ। ਉਹਨਾਂ ਏਜੰਸੀਆਂ ਨੇ ਸਾਨੂੰ ਸਿੱਧੇ ਤੌਰ ਤੇ ਟੈਰੋਰਿਸਟਾਂ ਨਾਲ ਜੋੜਤਾ। ਇੱਕ ਤਾਂ ਸਾਡੀ ਇਹ ਟੈਰੋਰਿਸਟਾਂ ਨਾਲ ਜੋੜਨਾ, ਜਦੋਂ ਕਿ ਸਿੱਖਾਂ ਦੀਆਂ ਜਿਹੜੀਆਂ ਕੁਰਬਾਨੀਆਂ ਨੇ,
ਮੈਂ ਇਕੱਲੇ ਸਿੱਖਾਂ ਦਾ ਨਹੀਂ, ਪੰਜਾਬ ਦੀ ਮੈਂ ਗੱਲ ਕਰਦਾ ਜਾਂ ਹਰਿਆਣੇ ਵਾਲਿਆਂ ਦੀਆਂ ਜਿਹੜੀਆਂ ਕੁਰਬਾਨੀਆਂ ਨੇ ਉਹ ਬਹੁਤ ਵੱਡੀਆਂ ਕੁਰਬਾਨੀਆਂ ਨੇ। ਉਹ ਚੀਜ਼ ਸਾਡੇ ਝੋਲੀ ਪਈ। ਉਸ ਤੋਂ ਬਾਅਦ ਫਿਰ ਜਿਹੜੀਆਂ FIRs ਨੇ ਉਹ ਸਾਡੇ ਝੋਲੀ ਪੈ ਗਈਆਂ, ਜਿਹੜੀਆਂ ਕਿ ਸਾਨੂੰ ਤੁਸੀਂ ਕਹ ਲਓ ਵੀ ਸਾਨੂੰ ਲਾਈਫ ਟਾਈਮ ਇਨਵੈਸਟੀਗੇਟਿੰਗ ਏਜੰਸੀਜ਼ ਦੇ ਨਾਲ ਸਾਨੂੰ ਬੰਨ ਲਿਆ। ਇਹ ਤਾਂ ਇੱਕ ਛੋਟੀਆਂ ਗੱਲਾਂ ਨੇ ਵੀ ਅੱਜ ਇਹ ਬੰਦੇ ਜਿਹੜੇ ਨੇ ਜੀ 10 ਬੰਦੇ ਅੱਜ ਅਸੀਂ ਰਿਹਾ ਕਰਵਾ ਲਏ, ਅਸੀਂ ਅੱਜ 15 ਬੰਦੇ ਰਿਹਾ ਕਰਵਾ ਲਏ। ਇਹ ਤਾਂ ਹਜੇ ਤੁਸੀਂ ਕਹ ਲਓ ਕਿ ਇੰਟਰਮ ਕੱਚੀਆਂ ਬੇਲਾਂ ਦੇ ਉੱਪਰ ਇਹ ਬੰਦੇ ਆ ਰਹੇ ਨੇ, ਪਰ ਇਹ ਹਜੇ ਕਿੰਨਾ ਸਮਾਂ ਲੱਗਦਾ ਹੈ ਸਾਨੂੰ ਇਹਨਾਂ ਤੋਂ ਛੁਟਕਾਰਾ ਪਾਉਣ ਨੂੰ। ਸੋ ਇਹ ਵੀ ਚੀਜ਼ ਮੈਂ ਕਹਾਂਗਾ ਕਿ ਸਾਡੇ ਢਿੱਲੋਂ ਸਾਹਿਬ ਇਹ ਵੀ ਸਾਡੇ ਝੋਲੀ ਪੈ ਗਈ। ਤੇ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਉਸ ਤੋਂ ਇਲਾਵਾ ਜਿਹੜੇ ਹੁਣ ਜਿਵੇਂ ਆਪਾਂ ਲੱਖੇ ਸਿਧਾਣੇ ਦੇ ਆਪਾਂ ਹੁਣੇ ਆਪਣੇ ਕੋਲ ਲੇਟੈਸਟ ਕੇਸ ਹੋਇਆ ਹੈ, ਉਹਦੇ 'ਚ ਉਹਦੇ ਭਰਾ ਨੂੰ ਇੱਥੇ ਆ ਕੇ ਚੁੱਕ ਕੇ ਲੈ ਗਏ, ਉਹਦੀ ਜਾ ਕੇ ਉੱਥੇ ਕੁੱਟਮਾਰ ਕੀਤੀ। ਇੱਥੇ ਇੱਕ ਬੜਾ ਵੱਡਾ ਸਵਾਲ ਹੈ ਕਿ ਸਾਡੇ CM ਸਾਹਿਬ ਨੇ ਅਮਰਿੰਦਰ ਸਿੰਘ ਜੀ, ਉਹਨਾਂ ਨੂੰ ਐਟਲੀਸਟ ਚਾਹੀਦਾ, ਕਿਉਂਕਿ ਹੋਮ ਡਿਪਾਰਟਮੈਂਟ ਉਹਨਾਂ ਕੋਲੇ, ਤੇ ਹੋਮ ਡਿਪਾਰਟਮੈਂਟ ਆਫ ਹੋਮ ਅਫੇਅਰਸ ਐਂਡ ਜਸਟਿਸ ਜਿਹੜਾ ਇੱਥੇ ਬਣੇ ਨੇ ਉਹ ਕਾਹਦੇ ਲਈ ਬਣੇ ਨੇ? ਉਹ ਤਾਂ ਬਣੇ ਨੇ ਕਿਉਂਕਿ ਜੇਕਰ ਆਊਟਸਾਈਡ ਸਟੇਟ ਤੋਂ ਕੋਈ ਮੈਟਰ ਬਣਦਾ ਤਾਂ ਉਹ ਪਹਿਲਾਂ ਇਹਨਾਂ ਦੀ ਕੰਸੈਂਟ ਲੈਣ, ਇੱਥੋਂ ਕੰਸੈਂਟ ਲੈ ਕੇ ਉੱਥੇ ਜਾ ਕੇ ਸਾਡੇ ਬੱਚੇ ਨੂੰ ਚੁੱਕ ਕੇ ਜਾ ਕੇ ਉਹਨੂੰ ਇਨਵੈਸਟੀਗੇਟ ਕਰ ਸਕਦੇ ਨੇ। ਇਹ ਨਹੀਂ ਵੀ ਉਹਦੀ ਜਾ ਕੇ ਤੁਸੀਂ 3rd ਡਿਗਰੀ ਜਿਹੜਾ ਟੌਰਚਰ ਕੀਤਾ, ਉਹ ਤਾਂ ਨੰਬਰ ਆਫ ਗਾਈਡਲਾਈਨਸ ਨੇ ਸੁਪਰੀਮ ਕੋਰਟ ਦੀਆਂ ਜਿਹੜਾ ਉਸ ਚੀਜ਼ ਦੀਆਂ ਅਗੇਂਸਟ ਨੇ। ਸੋ ਇਹਦੇ ਤੇ ਮੈਂ ਗੱਲ ਕਹਿਣੀ ਚਾਹੁੰਦਾ ਵੀ ਬੜੀਆਂ ਚੀਜ਼ਾਂ ਸਾਡੇ ਅਗੇਂਸਟ ਆਈਆਂ ਨੇ, ਪਰ ਹਜੇ ਤੱਕ ਜਿਹੜਾ ਸਾਡਾ ਮੁੱਖ ਮਕਸਦ ਸੀ ਉਹ ਲਾਉਣ ਦਾ ਕੀ ਸੀ ਵੀ ਇਹ ਤਿੰਨੇ ਕਾਨੂੰਨ ਜਿਹੜੇ ਨੇ ਅਸੀਂ ਇਹ ਕੈਂਸਲ ਕਰਵਾਉਣੇ ਨੇ, ਉਹ ਹਜੇ ਤੱਕ ਸਟਿਲ ਉੱਥੇ ਹੀ ਖੜਾ ਹੈ। ਤੇ ਹੁਣ ਕੋਈ ਵੀ ਉਧਰਲੇ ਪਾਸਿਓਂ ਭਾਵੇਂ ਸੈਂਟਰ ਗਵਰਨਮੈਂਟ ਦਾ ਕੋਈ ਵੀ ਰਿਪਰੈਜ਼ੈਂਟੇਟਿਵ ਹੈ, ਕਿਸੇ ਵੱਲੋਂ ਵੀ ਸਾਨੂੰ ਹੁਣ ਕੋਈ ਨਿਯੋਤਾ ਇਹਦੇ ਉੱਪਰ ਆ ਨਹੀਂ ਰਿਹਾ। ਬਈ ਜੇ ਗੱਲ ਕਰੀਏ ਜਿਵੇਂ ਹੁਣ ਬਾਈ ਨੇ ਕਿਹਾ ਵੀ ਨਿਯੋਤਾ ਕੋਈ ਆ ਨਹੀਂ ਰਿਹਾ ਹਨਾ, ਇੱਕ ਲਾ ਦੇ ਅਕੋਰਡਿੰਗ ਚੱਲੀਏ ਤਾਂ ਉੱਥੇ ਪ੍ਰੋਟੈਸਟ ਕਰ ਰਹੇ ਨੇ। ਉਹ ਕਹਿੰਦੇ ਅਸੀਂ ਇੱਥੇ ਆਪਰੇਸ਼ਨ ਕਲੀਨ ਕਰ ਦਿਆਂਗੇ, ਇਦਾਂ ਦੀਆਂ ਗੱਲਾਂ ਨਿਕਲ ਕੇ ਸਾਹਮਣੇ ਆਈਆਂ। ਹੁਣ ਕਰੋਨਾ ਵੈਕਸੀਨੇਸ਼ਨ ਦਾ ਆ ਰਿਹਾ ਸਾਹਮਣੇ ਵੀ ਕਰੋਨਾ ਆ ਗਿਆ, ਉਸ ਦੀ ਵੈਕਸੀਨੇਸ਼ਨ ਕਰਵਾ ਲਓ। ਤੁਸੀਂ ਕਿਵੇਂ ਦੇਖਦੇ ਹੋ ਜੀ? ਦੇਖੋ ਮੈਂ 4 ਚੀਜ਼ਾਂ ਕਹੂੰਗਾ ਇੱਥੇ ਆ ਕੇ। ਪਹਿਲੀ ਗੱਲ ਜਿਹੜੀ ਸਭ ਤੋਂ ਇੰਪੋਰਟੈਂਟ ਇਹ ਸੀ ਵੀ ਦੇਸ਼ ਦੇ ਵਿੱਚ ਕਾਲਤਾ ਆ ਗਿਆ ਕਰੋਨਾ ਦਾ, ਤੁਸੀਂ ਇਹੀ ਕਾਨੂੰਨ ਜਿਹੜੇ ਨੇ ਉਹ ਥੋੜਾ ਟਾਈਮ ਖੜ ਕੇ ਲਾ ਦਿਓ। ਤੁਸੀਂ ਟਾਈਮ ਕਿਹੋ ਜਿਹਾ ਚੁਣਿਆ? ਦੇਖੋ ਪਹਿਲੀ ਗੱਲ। ਦੂਜੀ ਗੱਲ ਮੇਰੀ ਇਹ ਬਣਦੀ ਹੈ ਕਿ ਹੁਣ ਜਿਵੇਂ ਇੱਕ ਕਿਤੇ ਬਿਮਾਰੀ ਆਉਂਦੀ ਹੈ ਨਾ, ਤਾਂ ਉਹਦੇ ਜਿਹੜੇ ਲੱਛਣ ਨੇ ਨਾ ਉਹ ਪਹਿਲਾਂ ਦੇਖਣ ਲੱਗ ਜਾਂਦੇ ਨੇ। ਸਾਡੇ ਹੋਇਆ ਕੀ ਆ, ਹੁਣ ਕਣਕ ਦੀ ਰੀਸੈਂਟ ਜਿਹੜੀ ਵਾਢੀ ਹੋਈ ਹੈ ਪੰਜਾਬ ਦੇ ਵਿੱਚ, ਭਾਜੀ ਕਹਿਣਾ ਨਹੀਂ ਚਾਹੁੰਦਾ ਮੈਂ, ਪਰ ਸ਼ਰਮ ਵਾਲੀ ਗੱਲ ਇਹ ਹੈ ਵੀ ਪੰਜਾਬ ਸਰਕਾਰ ਸੈਂਟਰ ਸਰਕਾਰ ਟੋਟਲ ਫੇਲ ਹੋਈਆਂ ਨੇ। 13 ਦਿਨ ਸਾਨੂੰ ਲੱਗੇ ਨੇ। 13 ਤਰੀਕ ਅਪ੍ਰੈਲ ਨੂੰ ਅਸੀਂ ਆਪਣੀ ਕਣਕ, ਮੈਂ ਆਪਣੀ ਉਦਾਹਰਨ ਦੇ ਕੇ ਤੁਹਾਨੂੰ ਦੱਸਦਾ ਵੀ ਕਣਕ ਵਢਾ ਕੇ ਅਸੀਂ ਲੈ ਗਏ ਜੀ ਮੰਡੀ। ਭਾਜੀ 13 ਤੋਂ ਲੈ ਕੇ ਮਖੌਲ ਬਣ ਗਿਆ। 19-20 ਤਰੀਕ ਨੂੰ ਅੱਜ 80 ਬੋਰੀਆਂ ਭਰੀਆਂ ਨੇ ਜੀ, ਅੱਜ 30 ਨੇ ਜੀ, ਅੱਜ 40 ਨੇ ਜੀ। 13 ਦਿਨ ਲੱਗ ਗਏ ਚੁਕਵਾਉਣ ਲਈ। ਸੋ ਹਜੇ ਤਾਂ ਉਹ ਕਾਨੂੰਨ ਲਾਗੂ ਨਹੀਂ ਹੋਏ, ਹਜੇ ਤਾਂ ਤੁਸੀਂ ਉਹ ਕਾਨੂੰਨ ਬਣੇ ਨੇ। ਸੋ ਮੇਰੇ ਕਹਿਣ ਤੋਂ ਭਾਵ ਇਹ ਹੈ ਕਿ ਬਿਮਾਰੀ ਜਦੋਂ ਆਉਂਦੀ ਆ ਉਹਦੇ ਲੱਛਣ ਕਹਿੰਦੇ ਪਹਿਲਾਂ ਆ ਜਾਂਦੇ ਨੇ। ਸੋ ਇਹ ਕਾਨੂੰਨ ਤਾਂ ਹਜੇ ਬਣੇ ਨਹੀਂ, ਬਣ ਗਏ, ਲਾਗੂ ਨਹੀਂ ਹੋਏ। ਸੋ ਲੱਛਣ ਉਹਦੇ ਦਿਖਣ ਲੱਗ ਗਏ। ਔਰ ਜੋ ਹਾਲ ਸਾਡੇ ਕਿਸਾਨਾਂ ਨਾਲ ਇਸ ਵਾਰੀ ਕਣਕ 'ਚ ਹੋਇਆ ਹੈ, 14-14, 15-15 ਦਿਨ ਲੱਗੇ ਨੇ ਜੀ ਸਾਰਿਆਂ ਦੇ। ਸੋ ਮੇਰੇ ਕਹਿਣ ਤੋਂ ਭਾਵ ਇਹ ਹੈ, ਨੰਬਰ 1। ਨੰਬਰ 2, ਸਰਕਾਰਾਂ ਬਿਲਕੁਲ ਫੇਲ ਨੇ। ਦੇਖੋ ਇਹਦੇ ਵਿੱਚ ਪਨਗ੍ਰੇਨ, ਮਾਰਕਫੈਡ, ਇਹ ਸਾਡੀਆਂ ਲੋਕਲ ਸੀਗੀਆਂ ਜਿਹੜੀਆਂ ਖਰੀਦ ਕਰਦੀਆਂ ਨੇ, ਜਿਨ੍ਹਾਂ 'ਚ ਪਨਗ੍ਰੇਨ ਆ ਗਈ, ਮਾਰਕਫੈਡ ਆ ਗਈ, ਸਾਡੀ ਪਨਸਪ ਆ ਗਈ। FCI ਤਾਂ ਨੱਚ ਬੁਨੇ ਬਹੁਤ ਕਰਦੀ ਹੈ, ਉਹ ਤਾਂ ਕਹਿੰਦੀ ਕਿ ਅਸੀਂ ਨਹੀਂ ਖਰੀਦਣਾ। ਮੇਰੇ ਕਹਿਣ ਤੋਂ ਭਾਵ ਇਹ ਹੈ ਕਿ ਤੁਸੀਂ ਕੀ ਲੱਭ ਲਿਆ ਕਿਸਾਨਾਂ ਨੂੰ? ਪਹਿਲਾਂ ਕਰੋਨਾ ਕਾਲ ਦੇ ਵਿੱਚ ਅਸੀਂ ਉੱਥੇ ਧਰਨੇ ਲਾ ਰਹੇ ਹਾਂ, ਉਹਦਾ ਕੋਈ ਹੱਲ ਨਹੀਂ। ਹੁਣ ਕਰਦੇ ਇਹਨਾਂ ਨੂੰ ਤੰਗ ਕਰੋ, ਹੋਰ ਕਰੋ, ਕੀ ਕਰੋ ਕਿ ਇਹ ਕਿੰਨੇ ਉਪਰਾਲਾ ਕਰਨਾ ਸੀ? ਇਹ ਮੈਂ ਤਾਂ ਨਹੀਂ ਸੀ ਕਰਨਾ, ਇਹ ਕਿਸੇ ਹਾਈ ਕੋਰਟ ਦੇ ਨਹੀਂ ਸੀ ਕਰਨਾ, ਕਿਸੇ ਹੋਰ ਨੇ ਨਹੀਂ ਸੀ, ਇਹ ਸੈਂਟਰ ਜਿਹੜੀ ਗਵਰਨਮੈਂਟ ਹੈ ਇਹਦਾ ਬਣਦਾ ਸੀ। ਸੋ ਟੋਟਲੀ ਫੇਲ ਹੋਏ ਨੇ ਬਿਲਕੁਲ। ਇਹਦੇ ਵਿੱਚ ਤੁਸੀਂ ਇਹ ਕਹਿ ਲਓ ਵੀ ਕਤਾਈ ਸਾਡੀ ਸਟੇਟ ਗਵਰਨਮੈਂਟ ਦੀ ਵੀ ਹੈ। ਸਟੇਟ ਗਵਰਨਮੈਂਟ ਦੀ ਕੀ ਹੈ ਵੀ ਦੇਖੋ ਅਸੀਂ ਲੈ ਕੇ ਗਏ ਹਾਂ। ਔਰ ਇੱਕ ਚੀਜ਼ ਹੋਰ ਮੈਂ ਕਹੂੰਗਾ, ਮੁਲਾਜ਼ਮ ਨੇ, ਭਾਵੇਂ MLA ਨੇ, ਸਾਡੇ ਦੇਸ਼ ਦੇ MP ਨੇ, ਪਾਰਲੀਮੈਂਟਰੀ ਨੇ, ਇਹਨਾਂ ਨੂੰ ਤਨਖਾਹਾਂ 31-30 ਤਰੀਕ ਨੂੰ ਰਾਤ ਨੂੰ 12 ਵਜੇ ਮੈਸੇਜ ਸ਼ਿਵਰਾਸੀਆਂ ਡਿੱਗ ਜਾਂਦਾ ਹੈ। ਸਾਡੇ ਇੱਥੇ ਸਿਸਟਮ 'ਚ ਕੀ ਹੈ ਕਿ ਦੇਖੋ ਮੈਂ ਇੱਥੇ ਗੱਲ ਕਹਿਣੀ ਚਾਹੁੰਦਾ ਕਿ ਇਹਨਾਂ ਨੂੰ, ਕਿਸਾਨਾਂ ਨੂੰ ਮੰਗਤੇ ਵਾਂਗੂ ਵੀ ਜਿਵੇਂ ਮੈਂ ਤਰਲੇ ਕਦੀ ਆੜਤੀਏ ਦੇ, ਕਦੀ ਕਿਸੇ ਦੇ। ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਤੁਹਾਨੂੰ ਜਿੱਦਾਂ ਚੁੱਪ ਕਰਕੇ ਮੈਸੇਜ ਡਿੱਗ ਜਾਂਦਾ ਰਾਤ ਨੂੰ, ਕਿਸਾਨਾਂ ਨੂੰ ਵੀ ਇਦਾਂ ਹੀ ਰੱਖ ਲਓ ਮੰਗਤੇ। ਮੈਂ ਕਦੀ ਆੜਤੀਏ ਦੇ ਜਾ ਕੇ ਤਰਲੇ, ਕਦੀ ਉਹ ਲੇਬਰ ਦੇ ਤਰਲੇ, ਕਦੀ ਕਿਸੇ ਦੇ ਤਰਲੇ, ਸਾਡੇ ਹਿੱਸੇ ਤਰਲੇ ਹੀ ਨੇ। ਸੋ ਕਹਿਣ ਤੋਂ ਭਾਵ ਹੈ ਵੀ ਇਹਦੇ ਤੇ ਕੋਈ ਨਾ ਕੋਈ ਸਖਤ ਜਿਹੜੀ ਕਾਰਵਾਈ ਉਹ ਕਰਕੇ ਐਕਸ਼ਨ ਜਿਹੜਾ ਉਹ ਲਿਆ ਜਾਵੇ। 2 ਮਿੰਟ ਤੁਹਾਡੇ ਨਾਲ ਗੱਲ ਕਰਨੀ। ਮੈਂ ਇੱਕ ਚੀਜ਼ ਕਹਿਣੀ ਚਾਹੁੰਦਾ ਕਿ ਜਿਹੜੀਆਂ ਅਸੀਂ ਗੱਲਾਂ ਦੀ ਸ਼ੁਰੂਆਤ ਅਸੀਂ ਕਿੱਥੋਂ ਕੀਤੀ? ਅਸੀਂ ਗੱਲਾਂ ਤਾਂ ਕੀਤੀਆਂ ਜੀ ਵੀ ਸਵਾਮੀਨਾਥਨ ਦੀ ਜਿਹੜੀ ਰਿਪੋਰਟ ਹੈ ਉਹਨੂੰ ਹੁਣ ਤੱਕ ਇੰਪਲੀਮੈਂਟੇਸ਼ਨ ਜਿਹੜੀ ਉਹਦੀ ਰਿਪੋਰਟ ਦੀ ਹੁਣ ਤੱਕ ਨਹੀਂ ਹੋਈ। ਸੋ ਉਹਦੇ 'ਚ ਰਿਕਮੈਂਡੇਸ਼ਨਸ ਤਾਂ ਪੜ੍ਹ ਲਓ। ਉਹਦੀਆਂ ਰਿਕਮੈਂਡੇਸ਼ਨਸ ਇੰਨੀਆਂ ਨੇ ਵੀ ਜਿਹੜੀ ਤੁਸੀਂ ਅਸੀਂ ਮੰਗ ਕੀ ਰਹੇ ਹਾਂ? ਅਸੀਂ ਮੈਕਸਿਮਮ ਸਪੋਰਟ ਪ੍ਰਾਈਸ ਥੋੜੀ ਮੰਗਦੇ ਹਾਂ। ਅਸੀਂ ਕਹਿੰਦੇ ਹਾਂ ਸਾਨੂੰ ਮਿਨੀਮਮ
ਮਿਨੀਮਮ ਸਪੋਰਟ ਪ੍ਰਾਈਸ ਜਿਹੜੀ ਏ ਉਹ ਸਾਨੂੰ ਦਿੱਤੀ ਜਾਵੇ। ਉਹ ਤੁਸੀਂ ਉਹਦੀਆਂ ਫਾਈਂਡਿੰਗਸ ਤਾਂ ਪੜ੍ਹ ਲਓ। ਉਹਦੀ ਫਾਈਂਡਿੰਗਸ ਨੇ ਉਹ ਕਹਿੰਦੀਆਂ ਨੇ ਵੀ ਜਿਹੜੀ ਐਵਰੇਜ ਕੋਸਟ ਆਫ ਪ੍ਰੋਡਕਸ਼ਨ ਹੈ ਉਹਦੇ ਤੋਂ ਤੁਸੀਂ 1.5-2 ਗੁਣਾ ਵੱਧ ਪੈਸੇ ਦਿਓ। ਉਹ ਤਾਂ ਘੱਟੋ ਘੱਟ 3000 ਰੁਪਇਆ ਕੁਇੰਟਲ ਤੇ ਜਾਂਦਾ ਹੈ ਜੋ MSP ਦੀ ਫਾਈਂਡਿੰਗ ਹੈ। ਸੋ ਮੈਂ ਗੱਲ ਕਰਦਾ ਵੀ ਕਿੱਥੋਂ ਅਸੀਂ ਸ਼ੁਰੂਆਤ ਕਰਕੇ ਅੱਜ ਅਸੀਂ ਕਿੱਥੇ ਆ ਕੇ ਅਸੀਂ ਖੜ ਗਏ ਹਾਂ। ਸੋ ਇਹਦੇ ਤੇ ਮੈਂ ਅੱਜ ਤੁਹਾਡੇ ਚੈਨਲ ਦੇ ਰਾਹੀਂ ਸਿਰਫ ਜਾਂਦਾ ਮੈਂ ਇੱਕ ਮੈਸੇਜ ਦੇਣਾ ਚਾਹੁੰਦਾ, ਉਸ ਤੋਂ ਬਾਅਦ ਸ਼ਿਵਰਾਜ ਸਿੰਘ ਨੂੰ ਟਾਈਮ ਦੇਵਾਂਗੇ ਕਿ ਇਹਦੇ ਤੇ ਜੋ ਹੁਣ ਦਾ ਜੋ ਮੇਰੇ ਵੱਲੋਂ ਐਡਵਾਈਸ ਹੈ ਉਹ ਇਹ ਹੈ ਕਿ ਜਿਹੜੇ ਇਹ ਕਾਨੂੰਨ ਨੇ ਸੈਂਟਰ ਗਵਰਨਮੈਂਟ ਨੂੰ ਇਹ ਮੈਂ ਗੱਲ ਕਹਿ ਰਿਹਾ ਕਿ ਇਹਦੇ 'ਚ ਅਸੀਂ ਕਾਨੂੰਨ ਪੜ੍ਹਿਆ ਹੈ, ਇਹਦੇ 'ਚ ਪ੍ਰੋਵੀਜ਼ਨ ਰਿਪੀਲਮੈਂਟ ਦਾ ਪੜ੍ਹੋ। ਰਿਪੀਲਮੈਂਟ ਦੇ ਵਿੱਚ ਉਹ ਕਹਿੰਦੇ ਕਿ ਤੁਹਾਡੇ ਕੋਲ ਫਸਟ ਜਿਹੜਾ ਉਹਦਾ ਕਲੋਜ਼ ਹੈ ਉਹ ਕਹਿੰਦੇ ਕਿ ਇਹਨੂੰ ਕੈਂਸਲ ਕਰੋ ਜਾਂ ਇਹਨੂੰ ਅਬੋਲਿਸ਼ਨ ਕਰੋ, ਇਹਦੀ ਖਤਮ ਕਰੋ ਇਹਨੂੰ। ਸੈਕਿੰਡ ਉਹ ਕਹਿੰਦਾ ਕਿ ਜਿਹੜੇ ਤੁਸੀਂ ਇਹਦੇ 'ਚ ਮੈਕਸਿਮਮ ਸਾਡੇ ਕਿਸਾਨਾਂ ਦੀ ਇੰਨੇ ਹੀ ਕਰ ਦੇਣ ਵੀ ਯਾਰ ਅਸੀਂ ਮਿਨੀਮਮ ਸਪੋਰਟ ਪ੍ਰਾਈਸ ਫਿਕਸ ਕਰਤੀ। ਉਹਦੇ 'ਚ ਕੀ ਹੈ ਕਿ ਇਹਨਾਂ ਕਾਨੂੰਨਾਂ 'ਚ ਮੋਡੀਫਾਈ ਅਮੈਂਡਮੈਂਟ ਕਰ ਦਿਓ। ਸੋ ਉਹਦੇ ਨਾਲ ਇੱਕ ਸਾਨੂੰ ਰਿਲੀਫ ਮਿਲੇਗਾ। ਔਰ ਜਿਹੜੇ ਕਿਸਾਨ ਵਿਚਾਰੇ ਇੰਨੇ ਟਾਈਮ ਤੋਂ ਰੁਲੀ ਜਾਂਦੇ ਨੇ, ਉਹ ਦਿੱਲੀ ਰੁਲੀ ਜਾਂਦੇ ਨੇ, ਫਸਲ ਸਾਡੀ ਜਿਹੜੀ ਹੈ ਉਹ ਜ਼ਮੀਨ ਤੋਂ ਰੁਲੀ ਜਾਂਦੀ ਹੈ, ਕਿਸਾਨ ਮੰਡੀਆਂ 'ਚ ਰੁਲੀ ਜਾਂਦੇ ਨੇ। ਸੋ ਜਾਣਗੇ ਕਿੱਥੇ, ਉਹਨਾਂ ਨੂੰ ਇੱਕ ਬਹੁਤ ਵੱਡਾ ਮਿਲੇਗਾ। ਸੋ 2 ਮਿੰਟ ਸ਼ਿਵਰਾਜ ਸਾਡੇ ਨਾਲ ਜੀ। ਬਈ ਇੱਕ ਜੇ ਗੱਲ ਕਰੀਏ ਤਾਂ ਆਪਾਂ ਸਿਵਰਾਜ ਬਾਈ ਜਿਵੇਂ ਹੁਣ ਕਰੋਨਾ ਦੀ ਗੱਲ ਕਰੀਏ, ਵਕੀਲ ਸਾਹਿਬ ਨੇ ਨਾ ਕਰੋਨਾ ਨੂੰ ਦੇਖਦੇ ਹੋਏ ਆਕਸੀਜਨ ਦੀ ਬੜੀ ਘਾਟ ਆ ਰਹੀ ਹੈਗੀ, ਉਹਨਾਂ ਨੂੰ ਕਿਵੇਂ ਫਿਰ ਪੂਰਾ ਕਰਿਆ ਜਾ ਸਕਦਾ? ਸਰਕਾਰਾਂ ਨੇ ਜਿਹੜੀਆਂ ਰੈਲੀਆਂ ਤਾਂ ਵੱਡੀਆਂ ਕਰ ਲੈਂਦੀਆਂ ਨੇ ਪਰ ਆਕਸੀਜਨ ਦੀ ਘਾਟ ਨਹੀਂ ਪੂਰੀ ਹੋ ਰਹੀ। ਮੈਂ ਇਸੇ ਗੱਲ ਤੇ ਆਉਣਾ ਚਾਹੁੰਦਾ ਸੀ ਕਿ ਜੋ ਵੀ ਹਾਲਾਤ ਦੁਨੀਆ ਤੇ ਬਣੇ ਹੋਏ ਨੇ, ਜਿਵੇਂ ਕਿ ਕਰੋਨਾ ਮਹਾਸੰਕਟ ਚੱਲ ਰਿਹਾ, ਦੁਨੀਆ ਤੇ ਇਸ ਤੋਂ ਵੱਡਾ ਮਹਾਕਾਲ ਆਪਾਂ ਇਸ ਟਾਈਮ ਤੇ ਨਹੀਂ ਸੋਚ ਸਕਦੇ। ਤੇ ਜੇ ਕੋਈ ਇਸ ਟਾਈਮ ਵੀ ਇੰਨਾ ਬੁਰੇ ਹਾਲਾਤਾਂ 'ਚ ਧਰਨੇ ਤੇ ਬੈਠਾ, ਆਪਾਂ ਇਹ ਸੋਚ ਸਕਦੇ ਹੋ ਕਿੰਨੇ ਕੁ ਦੁਖੀ ਹੋ ਕੇ ਆਪਣੀ ਜਾਨ ਦੀ ਪਰਵਾਹ ਨਾ ਕੀਤੇ ਹੋਏ ਵੀ ਧਰਨੇ ਤੇ ਬੈਠਣ ਲਈ ਮਜਬੂਰ ਨੇ। ਦਿੱਲੀ ਦੇ ਹਾਲਾਤ ਕੀ ਨੇ ਅੱਜ ਕੱਲ੍ਹ? ਆਕਸੀਜਨ ਨਹੀਂ ਮਿਲ ਰਹੀ, ਵੈਕਸੀਨੇਸ਼ਨ ਨਹੀਂ ਮਿਲ ਰਹੀ, ਟੋਟਲ ਲਾਕਡਾਊਨ ਹੋਇਆ ਪਿਆ, ਪਰ ਅਸੀਂ ਮਜਬੂਰ ਹਾਂ ਸੜਕਾਂ ਤੇ ਬੈਠਣ ਦੇ ਲਈ। ਇਹ ਤੋਂ ਬੜੀ ਮਜਬੂਰੀ ਕੀ ਹੋ ਸਕਦੀ ਹੈ? ਬੰਦਾ ਰੋਜ਼ੀ ਰੋਟੀ ਲਈ ਬੈਠਾ ਹੈ। ਜਿਵੇਂ ਕਿ ਵਕੀਲ ਸਾਹਿਬ ਨੇ ਦੱਸਿਆ ਤੁਹਾਨੂੰ ਕਾਨੂੰਨਾਂ ਬਾਰੇ, ਮੈਡੀਕਲ ਫੈਸਿਲਿਟੀ ਆਪਾਂ ਦੇਖ ਰਹੇ ਹਾਂ ਇੰਡੀਆ ਦੇ ਕੀ ਹਾਲਾਤ ਨੇ। PM ਕੇਅਰ ਫੰਡ ਸਭ ਤੋਂ ਬੜਾ ਮੁੱਦਾ, ਫਸਟ ਵੇਵ ਦੇ ਅੰਡਰ ਇਹਨਾਂ ਨੇ PM ਕੇਅਰ ਫੰਡ ਬਣਾਇਆ ਗਿਆ। ਔਰ ਰੀਸੈਂਟਲੀ ਪਤਾ ਕੀ ਲੱਗ ਰਿਹਾ, PM ਕੇਅਰ ਫੰਡ ਦੇ ਵਿੱਚ PM ਖੁਦ ਹੀ ਆਪਣੇ ਆਪ ਨੂੰ 2.5 ਲੱਖ ਰੁਪਇਆ ਦੇ ਰਿਹਾ। ਤੁਸੀਂ ਖੁਦ ਦੇਖੋ, ਇੱਕ PM ਨੂੰ 2.5 ਲੱਖ ਰੁਪਇਆ, ਇਹ ਦਿਖਾਉਣਾ ਕੀ ਚਾਹ ਰਹੇ ਨੇ, ਸਾਡੇ ਨਾਲ ਕੀ ਹਮਦਰਦੀ ਰੱਖ ਰਹੇ ਨੇ। ਮੇਰਾ ਦੂਸਰਾ ਮੁੱਦਾ ਇਹ ਗੱਲ ਮੈਂ ਕਰਨਾ ਚਾਹੁੰਦਾ ਕਿ ਜਿਵੇਂ ਕਿ ਕਰੋਨਾ ਕਾਲ ਚੱਲ ਰਿਹਾ, ਕਿੰਨਾ ਕੁ ਜ਼ਰੂਰੀ ਹੈ 3 ਬਿੱਲਾਂ ਨੂੰ ਲਾਗੂ ਕਰਾਉਣਾ। ਆਪਾਂ ਇਹ ਕਿਉਂ ਨਹੀਂ ਗੱਲ ਕਰਦੇ ਵੀ ਇਹਨਾਂ ਨੂੰ ਕੈਂਸਲ ਕਰਦੇ ਹਾਂ? ਠੀਕ ਹੈ, ਆਪਾਂ ਇੱਕ ਬਿਮਾਰੀ ਅਗੇਂਸਟ ਲੜਦੇ ਹਾਂ, ਉਸ ਤੋਂ ਬਾਅਦ ਦੁਬਾਰਾ ਇੱਕ ਕਮੇਟੀ ਬਣਾਈ ਜਾਏਗੀ ਜਿੱਥੇ ਕਿਸਾਨਾਂ ਦੇ ਆਗੂਆਂ ਨੂੰ ਵੀ ਵਿੱਚ ਉਹਦਾ ਮੈਂਬਰ ਬਣਾਇਆ ਜਾਏਗਾ ਤੇ ਦੁਬਾਰਾ ਇਹਨਾਂ ਤੇ ਚਰਚਾ ਕਰਕੇ ਆਪਾਂ ਦੁਬਾਰਾ ਬਿੱਲ ਪਾਸ ਕਰਵਾ ਲਾਂਗੇ। ਕਿੰਨਾ ਕੁ ਜ਼ਰੂਰੀ ਹੈ ਇਸ ਟਾਈਮ ਤੇ ਇਹਨਾਂ ਲੋਕਾਂ ਨੂੰ ਧਰਨੇ ਤੇ ਬਿਠਾਉਣਾ, ਤੇ ਕੀ ਉਹਨਾਂ ਦੀ ਸੇਫਟੀ ਬਾਰੇ ਗਵਰਨਮੈਂਟ ਧਿਆਨ ਨਹੀਂ ਕਰ ਰਹੀ? ਤੇ ਇਹ ਸਭ ਤੋਂ ਬੜੀ ਮੈਂ ਸਮਝਦਾ ਆ, ਬਹੁਤ ਜ਼ਿਆਦਾ ਜ਼ਰੂਰਤ ਹੈ ਇਸ ਚੀਜ਼ ਤੇ ਵਿਚਾਰ ਕਰਨ ਦੀ। ਫਿਰ ਆਉਣਾ ਘੁੰਮਣ ਸਾਹਿਬ ਵੱਲ। ਐਡਵੋਕੇਟ ਸਾਹਿਬ ਜੇ ਗੱਲ ਕਰੀਏ ਤਾਂ ਜਿਵੇਂ ਹੁਣ ਵੀਰ ਨੇ ਦੱਸਿਆ ਵੀ ਕਿੰਨਾ ਕੁ ਜ਼ਰੂਰੀ ਹੈ ਇਹ ਲਾਗੂ ਕਰਨਾ, ਇਸ ਨੂੰ ਕੈਂਸਲ ਕਰਕੇ ਦੁਬਾਰਾ ਵੀ ਕਮੇਟੀ ਬਿਠਾਈ ਜਾ ਸਕਦੀ ਹੈ। ਤੇ ਹੁਣ ਜੇ ਆਪਾਂ ਪਿਛਲੇ ਦਿਨੀ ਗੱਲ ਕਰੀਏ ਤਾਂ ਵੋਟਾਂ ਆ ਗਈਆਂ, ਵੋਟਾਂ ਦੇ ਵਿੱਚ ਮਮਤਾ ਬੈਨਰਜੀ ਜਿੱਤ ਗਈ, ਪੰਜਾਬ ਦੇ ਵਿੱਚ ਲੱਡੂ ਵੰਡੇ ਗਏ, ਹਨਾ, ਖੁਸ਼ੀ ਦੀ ਲਹਿਰ ਹੋਈ ਵੀ BJP ਦੀ ਹਾਰ ਹੋਈ ਆ। ਇਹਨਾਂ ਨੂੰ ਕਿਵੇਂ ਦੇਖਦੇ ਹੋ ਫਿਰ ਸਾਰੇ? ਦੇਖੋ, ਮੈਂ ਜਿਹੜੀ ਮਮਤਾ ਬੈਨਰਜੀ ਦੀ ਜਿਹੜੀ ਜਿੱਤ ਹੋਈ ਹੈ ਜਾਂ ਜਿਹੜੇ ਉਹ ਤੁਸੀਂ ਕਹੋ ਵੀ CM 3rd ਟਾਈਮ ਲੱਗੇ ਨੇ ਬਣਨਾ, ਇਹਦੇ ਤੇ ਮੈਂ ਗੱਲ ਕਲੀਅਰ ਕੱਟ ਕਹਿਣੀ ਚਾਹੁੰਦਾ ਕਿ ਇਹਦੇ 'ਚ ਜਿਹੜੇ ਆਪਣੀਆਂ ਕਿਸਾਨ ਜਥੇਬੰਦੀਆਂ ਦੇ ਜਿਹੜੇ ਆਗੂ ਜਾਂ ਤੁਸੀਂ ਵੀ ਸਾਰੇ ਪੱਤਰਕਾਰ, ਮੈਂ ਉਹਨਾਂ ਦਿਨਾਂ 'ਚ ਅਸੀਂ ਸਾਰੇ ਲੋਕ ਦੇਖਦੇ ਰਹੇ ਹਾਂ ਵੀ ਤੁਸੀਂ ਉੱਥੇ ਗਏ ਹੋ ਬੰਗਾਲ 'ਚ ਜਾ ਕੇ, ਤੁਸੀਂ ਪ੍ਰੋਪਰਲੀ ਤੁਸੀਂ ਉੱਥੇ ਪ੍ਰਚਾਰ ਨਾਲ ਕੀਤਾ ਹੈ ਤੇ ਕਰਵਾਇਆ ਹੈ। ਉਹਦੇ 'ਚ ਮੈਂ ਗੱਲ ਕਹਿਣੀ ਚਾਹੁੰਦਾ ਕਿ ਬਹੁਤ ਵੱਡਾ ਜਿਹੜਾ ਕ੍ਰੈਡਿਟ ਹੈ ਉਹ ਆਪਣੇ ਕਿਸਾਨ ਜਥੇਬੰਦੀਆਂ ਨੇ, ਜਿਨ੍ਹਾਂ ਨੇ ਜਾ ਕੇ ਉੱਥੇ ਹਾਂ ਦਾ ਨਾਰਾ ਮਾਰਿਆ ਵੀ ਜੇਕਰ ਤੁਸੀਂ ਇਹਨਾਂ ਦੇ ਦੇਖੋ, ਜੇਕਰ ਅੱਜ ਉਹ ਉੱਥੇ ਮਮਤਾ ਬੈਨਰਜੀ ਲੂਜ਼ ਕਰਦੇ ਨੇ ਇਲੈਕਸ਼ਨ ਤਾਂ ਉੱਥੇ ਪੈਰ ਮਜ਼ਬੂਤ ਕਿਹਦੀ ਹੋਣੀ ਸੀ? ਜੇਕਰ BJP ਜਿੱਤਦੀ ਤਾਂ ਉਹਨਾਂ ਨੂੰ ਇਹ ਲੱਗਣਾ ਸੀ ਵੀ ਸ਼ਾਇਦ ਜਿਹੜੇ ਅਸੀਂ ਕਾਨੂੰਨ ਬਣਾਏ ਨੇ ਇੰਡੀਆ ਦੇ ਲੋਕ ਸਾਡੀ ਫੇਵਰ ਕਰ ਰਹੇ ਨੇ। ਹੁਣ ਜੇਕਰ ਉੱਥੇ ਉਹ ਹਾਰੇ ਨੇ, ਮੂੰਹ ਦੀ ਖਾਣੀ ਪਈ ਉੱਥੇ ਉਹਨਾਂ ਨੂੰ। ਉਹ ਕਿਉਂ ਖਾਣੀ ਪਈ? ਕਿਉਂਕਿ ਦਿੱਲੀ ਦੀਆਂ ਚੀਕਾਂ, ਪੰਜਾਬ ਦੀਆਂ ਚੀਕਾਂ ਉੱਥੋਂ ਤੱਕ ਸੁਣਤੀਆਂ ਸੀ ਲੋਕਾਂ ਨੂੰ। ਸੋ ਮੇਰੇ ਕਹਿਣ ਤੋਂ ਭਾਵ ਸਿਰਫ ਇਹ ਹੈ ਕਿ ਇਹ ਜਿਹੜੇ ਕਾਨੂੰਨ ਜਿਹੜੇ ਤੁਸੀਂ ਗੱਲ ਕਰਦੇ ਹੋ ਵੀ ਇਹਨਾਂ ਦਾ ਕੀ ਹੋ ਸਕਦਾ, ਇਹਨਾਂ ਦਾ ਬੈਸਟ ਜਿਹੜਾ ਤਰੀਕਾ ਹੈ ਉਹ ਇਹ ਹੈ ਕਿ ਜਦੋਂ ਦੇਖੋ, ਮੈਨੂੰ ਇੱਕ ਚੀਜ਼ ਦੀ ਸਮਝ ਨਹੀਂ ਆਉਂਦੀ ਕਿ ਜਦੋਂ ਸਾਡੇ ਲੋਕਾਂ ਨੇ ਇਹਨਾਂ ਲੋਕਾਂ ਨੂੰ ਚੁਣ ਕੇ ਜਿਹੜੇ ਮੈਂਬਰ ਪਾਰਲੀਮੈਂਟਸ ਨੇ ਜਾਂ ਸਾਡੇ ਜਿਹੜੇ ਰਿਪਰੈਜ਼ੈਂਟੇਟਿਵਸ ਨੇ, ਭਾਵੇਂ ਪ੍ਰਾਈਮ ਮਿਨਿਸਟਰ ਵੀ ਹੈ, ਉਹ ਰਿਪਰੈਜ਼ੈਂਟ ਤਾਂ ਸਾਨੂੰ ਲੋਕਾਂ ਨੂੰ ਹੀ ਕਰ ਰਹੇ ਨੇ ਨਾ। ਤੇ ਜਿਹੜੀ ਚੀਜ਼ ਸਾਡੇ ਲੋਕਾਂ ਲਈ ਅਸੀਂ 2 ਹੱਥ ਖੜੇ ਕਰ ਕਰਕੇ ਅਸੀਂ ਉੱਥੇ ਹਾਂ ਦੇ ਨਾਰੇ ਮਾਰੇ ਨੇ ਵੀ ਸਾਨੂੰ ਇਹ ਚੀਜ਼ ਸਾਡੀ ਫੇਵਰ 'ਚ ਨਹੀਂ ਹੈਗੀ, ਤਾਂ ਉਹਨਾਂ ਨੂੰ ਕੀ ਤਕਲੀਫ ਸੀ? ਸਾਨੂੰ ਅਸੀਂ ਕਹਿੰਦੇ ਅਸੀਂ ਨਹੀਂ ਭਾਈ ਅਮੀਰ ਹੋਣਾ, ਸਾਨੂੰ ਸਾਡਾ ਜਿਹੜਾ ਪੁਰਾਣਾ ਟ੍ਰੈਡੀਸ਼ਨਲ ਕਲਚਰ ਸੀ ਉਹ ਯਾਰ ਸਾਡੀਆਂ ਤੁਸੀਂ ਮੰਡੀਆਂ 'ਚ ਜਾ ਕੇ ਹਾਲਤਾਂ ਦੇਖੋ,
ਸਾਡੇ ਪਿੰਡੋਂ ਪਿੰਡ ਲੋਕ ਵਿਚਾਰਾ ਕੋਈ ਉੱਥੇ ਪੱਲੇਦਾਰੀ ਕਰਦਾ ਹੈ। ਜੇਕਰ ਆਪਾਂ ਉੱਥੇ ਜਾ ਕੇ ਗਰਾਊਂਡ ਰਿਐਲਿਟੀਜ਼ ਤਾਂ ਲੋਕ ਦੇਖਦੇ ਹੀ ਨਹੀਂ ਹੈ। ਕੋਈ ਉੱਥੇ ਪੱਲੇਦਾਰੀ ਕਰਦਾ, ਕੋਈ ਆੜ੍ਹਤੀਆ ਭਾਈ ਸੀ। ਸਭ ਤੋਂ ਵੱਡੀ ਦਿੱਕਤਾਂ ਮੈਂ ਤੁਹਾਨੂੰ ਦੱਸਾਂ ਢਿੱਲੋਂ ਸਾਹਿਬ, ਸਾਡਾ ਮੰਨ ਲਓ ਮੇਰੀ ਗੱਲ ਮੈਂ ਕਰਾਂ, ਜੇ ਮੈਂ ਵੀ ਆੜ੍ਹਤੀਏ ਤੋਂ ਕੋਈ 5-7 ਲੱਖ ਰੁਪਈਆ ਮੰਨ ਲਓ ਹੱਥਦਾਰ ਪੜਿਆ ਸੀ, ਤਾਂ ਇਸ ਵਾਰੀ ਜਿਹੜੀ ਕਣਕ ਦੀ ਸਾਡੀ ਫਸਲ ਗਈ ਏ, ਆੜ੍ਹਤੀਏ ਨੇ ਪ੍ਰੈਫਰੈਂਸ ਕਿਸ ਚੀਜ਼ ਨੂੰ ਦਿੱਤੀ ਵੀ ਮੈਂ ਪਹਿਲਾਂ ਉਹ 7 ਲੱਖ ਰੁਪਇਆ ਭਾਈ ਤੇਰਾ ਕਲੀਅਰ ਕਰਨਾ ਹੈ। ਜੋ ਤੇਰਾ ਸਾਡੇ ਲਈ ਤਾਂ ਯਾਰ ਇਹ ਤਾਂ ਹੁਣੀ ਸਾਡੇ ਲਈ ਤਾਂ ਤੁਸੀਂ ਕਹ ਲਓ ਵੀ ਭੁਚਾਲਤੀ ਤਰ੍ਹਾਂ ਸਾਡੇ ਲਈ ਤਾਂ ਬਣ ਕੇ ਨਿਕਲਿਆ ਜੀ ਇਹ ਚੀਜ਼। ਸੋ ਮੇਰੇ ਕਹਿਣ ਤੋਂ ਭਾਵ ਇਹ ਸੀ ਵੀ ਜਿਹੜਾ ਉਹ ਆੜ੍ਹਤੀਆ ਕਲਚਰ ਸੀ ਜਾਂ ਉਹ ਲੋਕ ਸੀਗੇ ਜਿਨ੍ਹਾਂ ਦੇ ਨਾਲ ਸਾਡਾ ਸਾਰਾ ਸਿਸਟਮ ਸੀ, ਬੜਾ ਵਧੀਆ ਤਰੀਕੇ ਨਾਲ ਸਾਡਾ ਚੱਲ ਰਿਹਾ ਸੀ। ਸੋ ਮੈਂ ਗੱਲ ਕਹਿਣੀ ਚਾਹੁੰਦਾ ਕਿ ਇਮੀਡੀਏਟਲੀ ਮੈਡੀਕਲ ਐਮਰਜੈਂਸੀ ਜਿਹੜੀ ਦੇਖੋ ਸਾਡੀ ਜਿਹੜੀ ਪੋਜੀਸ਼ਨ ਕਰੋਨਾ ਦੀ ਹੈ ਉਹ ਇਸ ਟਾਈਮ ਵਰਸ ਕੰਡੀਸ਼ਨ ਹੈ। ਇੱਕ ਸ਼ਰਮ ਵਾਲੀ ਗੱਲ ਹੈ ਵੀ ਸਾਨੂੰ ਪਾਕਿਸਤਾਨ ਜਿਹੜਾ ਇੱਕ ਕੰਟਰੀ ਹੈ, ਵੈਸੇ ਤਾਂ ਅਸੀਂ ਕਹਿੰਦੇ ਵੀ ਸਾਡਾ ਨੇਬਰਿੰਗ ਕੰਟਰੀ ਹੈ, ਸਾਨੂੰ ਉਹ ਕੰਟਰੀ ਵਿਚਾਰਾ ਸਾਨੂੰ ਹੈਲਪ ਕਰ ਰਿਹਾ ਸਾਡੀ। ਸੋ ਉਹਦੇ ਤੋਂ ਇਲਾਵਾ ਹੋਰ ਵੀ ਬੜੇ ਕੰਟਰੀਜ਼ ਕਰ ਰਹੇ ਨੇ, ਪਰ ਜਿਹੜੀ ਸਾਡੀ ਪੋਜੀਸ਼ਨ ਇੰਡੀਆ ਦੀ ਉਹ ਬੜੀ ਵਰਸ ਹੈ। ਆਕਸੀਜਨ ਨਾ ਹੋਣ ਕਰਕੇ ਤੇ ਯਾਰ ਡੇਲੀ ਸਾਡੀਆਂ ਜਾਨਾਂ ਜਾ ਰਹੀਆਂ ਨੇ। ਸੋ ਸਾਡਾ ਇਮੀਡੀਏਟਲੀ ਕਹਿਣ ਤੋਂ ਭਾਵ ਇਹ ਹੈ ਵੀ ਜਿਹੜੇ ਵਿਚਾਰੇ ਕਿਸਾਨ ਨੇ ਉਹ ਵਿਚਾਰਿਆਂ ਨੂੰ ਤੁਸੀਂ ਕਹ ਲਓ ਅੱਗੇ ਗਰਮੀ ਵਧਣੀ ਹੈ, ਅਸੀਂ ਇੱਧਰੋਂ ਜੀਰੀ ਦਾ ਸੀਜ਼ਨ ਅਸੀਂ ਸਮਝ ਲਓ ਸ਼ੁਰੂ ਹੋ ਰਿਹਾ ਹੈ। ਸੋ ਇਮੀਡੀਏਟਲੀ ਇੱਕੋ ਹੀ ਦਰਖਾਸਤ ਹੈ ਉਹਨਾਂ ਨੂੰ ਵੀ ਭਾਈ ਜਿਹੜੇ ਕਾਨੂੰਨ ਨੇ ਇਹਨਾਂ ਨੂੰ ਕੈਂਸਲ ਕੀਤਾ ਜਾਵੇ, ਰਿਪੀਲਮੈਂਟ ਦੇ ਵਿੱਚ ਚਲੇ ਜਾਓ। ਰਿਪੀਲਮੈਂਟ ਦਾ ਜਿਹੜਾ ਹੈ, ਰਿਪੀਲ ਕਰਨ ਦਾ ਜਿਹੜਾ ਪ੍ਰੋਵੀਜ਼ਨ ਹੈ ਉਹ ਗਵਰਨਮੈਂਟ ਕੋਲ ਪਾਵਰਾਂ ਹੈਗੀਆਂ ਨੇ। ਔਰ ਇੱਕ ਗੱਲ ਇਹ ਵੀ ਹੈ ਵੀ ਐਟਲੀਸਟ ਹੁਣ ਜਿਵੇਂ ਸ਼ਾਂਤ ਬੈਠੇ ਨੇ, ਮੈਨੂੰ ਸਮਝ ਨਹੀਂ ਆ ਰਹੀ ਵੀ ਜਿਹੜੀ ਸੈਂਟਰ ਗਵਰਨਮੈਂਟ ਹੈ ਹੁਣ ਸ਼ਾਂਤ ਹੈ। ਕੋਈ ਤੁਸੀਂ ਇਹ ਗੱਲ ਦੇਖ ਲਓ ਵੀ ਕੋਈ ਇਨਵੀਟੇਸ਼ਨ ਸਾਨੂੰ ਹੁਣ ਕਿਸੇ ਪਾਸਿਓਂ ਆ ਨਹੀਂ ਰਿਹਾ। ਔਰ ਮੈਨੂੰ ਇਹ ਗੱਲ ਲੱਗਦੀ ਹੈ ਕਿ ਕਿਉਂ ਨਾ ਹੌਲੀ ਹੌਲੀ ਕਰਕੇ ਜਿਵੇਂ ਸਾਡੇ ਜਿਹੜੇ ਕਿਸਾਨ ਜਥੇਬੰਦੀਆਂ ਦੇ ਸਾਡੇ ਜਿਹੜੇ ਰਿਪਰੈਜ਼ੈਂਟੇਟਿਵਸ ਨੇ, ਉਹ ਮੈਂ ਆਪਣੀ ਤਰਫ ਤੋਂ ਇਹ ਗੱਲ ਕਹਿਣੀ ਚਾਹੁੰਦਾ ਕਿ ਨਾਓ ਮੈਟਰ ਜਿਹੜਾ ਉਹ ਸੁਪਰੀਮ ਕੋਰਟ ਦੇ ਵਿੱਚ ਪੈਂਡਿੰਗ ਹੈ। ਜਿੰਨਾ ਦਿਨਾਂ ਦੇ ਵਿੱਚ ਢਿੱਲੋਂ ਸਾਹਿਬ ਆਪਣੀ ਹੀਅਰਿੰਗ ਡੇ ਬਾਏ ਡੇ ਚੱਲੀ ਹੈ, ਉਦੋਂ ਇਹ ਉੱਥੇ ਸਿਰਫ ਰਿਕਾਰਡ ਪੇਸ਼ ਕਰਦੇ ਸੀ ਵੀ ਆ ਦੇਖੋ ਜੀ ਅਸੀਂ ਤਾਂ ਇਹਨਾਂ ਨੂੰ ਇਨਵੀਟੇਸ਼ਨ ਦੇਈ ਜਾਂਦੇ ਆ, ਇਹ ਆਪ ਹੀ ਨਹੀਂ ਆਉਂਦੇ। ਹੁਣ ਜੇਕਰ ਕੋਵਿਡ ਕਰਕੇ ਉੱਥੋਂ ਦੀ ਪ੍ਰੋਸੀਡਿੰਗ ਸੁਪਰੀਮ ਕੋਰਟ ਦੀ ਮੈਂ ਕਹਾਂਗਾ ਜੇਕਰ ਥੋੜੀ ਜਿਹੀ ਸਲੋ ਹੋਈ ਹੈ ਤਾਂ ਹੁਣ ਸਾਨੂੰ ਇਨਵੀਟੇਸ਼ਨ ਆਉਣੇ ਵੀ ਬੰਦ ਹੋ ਗਏ। ਮੈਂ ਸਿਰਫ ਢਿੱਲੋਂ ਸਾਹਿਬ ਇੰਨੀ ਗੱਲ ਕਹਿਣਾ ਚਾਹੁੰਦਾ ਕਿ ਜਿਹੜੀ ਸਾਡੀ ਐਸਐਲਪੀ ਆਲਰੇਡੀ ਜਿਹੜੀ ਉਸ ਕੋਰਟ ਦੇ ਵਿੱਚ ਚੱਲ ਰਹੀ ਹੈ, ਜਿਹਦੇ 'ਚ ਸਾਨੂੰ ਮਾਣਯੋਗ ਸੁਪਰੀਮ ਕੋਰਟ ਆਫ ਇੰਡੀਆ ਨੇ ਸਾਨੂੰ ਕਿਸਾਨਾਂ ਨੂੰ ਵੀ ਉਹਦੇ ਵਿੱਚ ਉਹਨਾਂ ਨੇ ਇਨਵੀਟੇਸ਼ਨ ਸਾਨੂੰ ਬੁਲਾਇਆ ਸੀ ਵੀ ਤੁਸੀਂ ਵੀ ਕੋਰਟ ਦੇ ਵਿੱਚ ਆਓ। ਉਹਦੇ 'ਚ ਇੱਕ ਐਪਲੀਕੇਸ਼ਨ ਪਾਈ ਜਾਵੇ ਔਰ ਉਹ ਐਪਲੀਕੇਸ਼ਨ ਸੀਐਮ ਐਪਲੀਕੇਸ਼ਨ ਕਹਿੰਦੇ ਹਾਂ ਅਸੀਂ, ਸਿਵਲ ਮਿਸਲੇਨੀਅਸ ਐਪਲੀਕੇਸ਼ਨ। ਉਸ ਐਪਲੀਕੇਸ਼ਨ ਦੇ ਵਿੱਚ ਕੀ ਲਾਇਆ ਜਾਵੇ ਵੀ ਕਿ ਜਦੋਂ ਡੇ ਟੂ ਡੇ ਪ੍ਰੋਸੀਡਿੰਗਸ ਸੁਪਰੀਮ ਕੋਰਟ 'ਚ ਚੱਲ ਰਹੀਆਂ ਸੀ, ਉਹਨਾਂ ਦਿਨਾਂ 'ਚ ਸਾਨੂੰ ਇਹਨਾਂ ਨੇ 11 ਇਨਵੀਟੇਸ਼ਨਸ ਜਿਹੜੇ ਸੀਗੇ ਉਹ ਸਾਨੂੰ ਦਿੰਦੇ ਸੀ। ਔਰ ਹੁਣ ਅੱਜ ਦੀ ਘੜੀ ਪਿਛਲੇ 5-4 ਮਹੀਨਿਆਂ ਤੋਂ ਤੁਸੀਂ ਕਹ ਲਓ ਵੀ ਹੁਣ ਸਾਨੂੰ ਕੋਈ ਇਨਵੀਟੇਸ਼ਨ ਉਹਦੇ 'ਚ ਨਹੀਂ ਆ ਰਿਹਾ। ਸੋ ਉਹਦੇ 'ਤੇ ਇਹ ਲਾਇਆ ਜਾਵੇ ਵੀ ਇਮੀਡੀਏਟਲੀ ਇਹਨੂੰ ਪੁੱਟ ਅਪ ਕਰਵਾ ਕੇ ਇਹਦੇ ਅਗੇਂਸਟ ਭਾਵੇਂ ਰਿਪੀਲਮੈਂਟ ਕੀਤੀ ਜਾਵੇ। ਇਹ ਸਾਨੂੰ ਜਿਹੜੀ ਸੈਂਟਰ ਗਵਰਨਮੈਂਟ ਉੱਥੇ ਜਵਾਬ ਦੇਵੇ ਵੀ ਉਹਦਾ ਕੀ ਕਰਨਾ। ਸੋ ਇਹਨਾਂ ਦੇ ਉੱਪਰ ਮੈਂ ਕਹਿੰਦਾ ਵੀ ਕੋਈ ਨਾ ਕੋਈ ਵਿਚਾਰ ਕਰਨੀ ਜ਼ਰੂਰੀ ਹੈ। ਵਕੀਲ ਸਾਹਿਬ ਜੇ ਗੱਲ ਕਰੀਏ ਤਾਂ ਜਿਵੇਂ ਹੁਣ ਤੁਸੀਂ ਪਹਿਲੇ ਵਕੀਲ ਸੀ ਜਿਹਨੂੰ ਦੀਪ ਸਿੱਧੂ ਦੀ ਗ੍ਰਿਫਤਾਰੀ ਹੋ ਜਾਂਦੀ ਆ, ਫੇਸਬੁੱਕ ਤੇ ਆਨਲਾਈਨ ਹੁੰਦੇ ਹੋ, ਭਾਈ ਪਲਵਿੰਦਰ ਸਿੰਘ ਤਲਵਾੜਾ ਤੁਹਾਡੇ ਕੋਲ ਜਾਂਦੇ ਨੇ, ਤਾਂ ਉਹਨਾਂ ਚੀਜ਼ਾਂ ਨੂੰ ਕਿਵੇਂ ਦੇਖੋਗੇ? ਅੱਜ ਦੀਪ ਸਿੱਧੂ ਬਾਹਰ ਆ ਜਾਂਦੇ ਨੇ ਤੇ ਹੋਰ ਵੀ ਨੌਜਵਾਨਾਂ ਦੇ ਤੁਸੀਂ ਨਾਂ ਲੈਤੇ ਨੇ, ਜਿਵੇਂ ਮੁੰਡੀ ਦਾ ਨਾਂ ਲੈਤਾ, ਗੁਰਦੀਪ ਮੁੰਡੀ ਦਾ ਨਾਂ ਲੈਤਾ, ਵੀ ਐਦਾਂ ਚੁੱਕ ਕੇ ਲੈ ਜਾਂਦੀ ਹੈ ਪੁਲਿਸ, ਤਾਂ ਉਹਨਾਂ ਚੀਜ਼ਾਂ ਨੂੰ ਕਿਵੇਂ ਦੇਖਦੇ? ਦੇਖੋ ਮੈਂ ਇੱਕ ਚੀਜ਼ ਬੜੀ ਕਲੀਅਰ ਕਹੂੰਗਾ ਬਈ ਨਾ ਤਾਂ ਅਸੀਂ ਕਿਸੇ ਦੇ ਖਿਲਾਫ ਹਾਂ ਤੇ ਨਾ ਅਸੀਂ ਕਿਸੇ ਦੇ ਨਾਲ ਹਾਂ। ਅਸੀਂ ਹਾਂ ਸਿਰਫ ਤੇ ਸਿਰਫ ਸਾਡਾ ਮੁੱਦਾ ਕਿਸਾਨੀ ਹੈ। ਕਿਸਾਨੀ ਸੰਘਰਸ਼ 'ਚ ਭਾਵੇਂ ਕੋਈ ਔਰਤ ਹੈ, ਭਾਵੇਂ ਮਰਦ ਹੈ, ਭਾਵੇਂ ਬੱਚਾ ਹੈ, ਭਾਵੇਂ ਕੋਈ ਹੈ ਵੀਰੇ, ਅਸੀਂ ਸਾਰਿਆਂ ਦੇ ਨਾਲ ਹਾਂ। ਕੋਈ ਜਥੇਬੰਦੀ ਨਹੀਂ। ਸਾਡਾ ਦੇਖੋ ਜਿਹੜਾ ਧਰਮ ਹੈ ਉਹ ਵਕਾਲਤ ਹੈ। ਜਿੱਥੇ ਸਾਨੂੰ ਇਹ ਲੱਗੂਗਾ ਵੀ ਇੱਥੇ ਆ ਕੇ ਧੱਕਾ ਪੁਲਿਸ ਨੇ ਕੀਤਾ ਤਾਂ ਅਸੀਂ ਪੁਲਿਸ ਦੇ ਖਿਲਾਫ ਹਾਂ। ਜਿੱਥੇ ਪੁਲਿਸ ਨਾਲ ਕੋਈ ਧੱਕਾ ਕਰੂਗਾ ਅਸੀਂ ਉੱਥੇ ਪੁਲਿਸ ਦੇ ਨਾਲ ਹਾਂ। ਸੋ ਰਹਿ ਗਈ ਗੱਲ ਦੀਪ ਸਿੱਧੂ ਦੀ, ਲੱਖੇ ਸਿਧਾਣੇ ਦੀ, ਦੇਖੋ ਜਿਹੜੇ ਯੰਗ ਚਿਹਰੇ ਨੇ ਉਹ ਚਾਹੀਦੇ ਹੁੰਦੇ ਨੇ ਕਿਸੇ ਵੀ ਤੁਸੀਂ ਕਹਿ ਲਓ ਐਜੀਟੇਸ਼ਨ ਨੂੰ, ਮੂਵਮੈਂਟ ਨੂੰ ਚਲਾਉਣ ਲਈ। ਜੇ ਸਾਨੂੰ ਲੱਗਿਆ ਉਹਨਾਂ ਨਾਲ ਧੱਕਾ ਹੋਇਆ, ਅਸੀਂ ਸਪਸ਼ਟ ਤੌਰ ਤੇ ਕਹਿਤਾ ਜੀ ਅਸੀਂ ਡਟ ਕੇ ਨਾਲ ਖੜਾਂਗੇ। ਇਹ ਨਹੀਂ ਇਕੱਲਾ ਦੀਪ ਸਿੱਧੂ, ਸਾਰੇ ਜਿੰਨੇ ਐਜੀਟੇਸ਼ਨ 'ਚ ਜਵਾਨ ਮੁੰਡੇ ਜਿਹੜੇ ਫੜੇ ਗਏ ਨੇ, ਅਸੀਂ ਆਪਣੀ ਓਪਨ ਫੇਸਬੁੱਕ ਤੇ ਵੀ ਲਿਖਿਆ ਸੀ ਸਾਨੂੰ ਅੱਧੀ ਰਾਤ ਨੂੰ ਕਾਲ ਕਰੋ, ਕੋਈ ਪੈਸਾ ਨਹੀਂ ਲੈਣਾ, ਅਸੀਂ ਹਮੇਸ਼ਾ ਆਪਣੀਆਂ ਸੇਵਾਵਾਂ ਜਿਹੜੀਆਂ ਨੇ ਉਹ ਦੇਵਾਂਗੇ, ਦਿੰਦੇ ਰਵਾਂਗੇ, ਮਰਦੇ ਦਮ ਤੱਕ ਨਾਲ ਰਵਾਂਗੇ। ਔਰ ਦਿੱਲੀ ਹੋਵੇ, ਪੰਜਾਬ 'ਚ ਹੋਵੇ, ਹਰਿਆਣੇ 'ਚ ਹੋਵੇ, ਡਟ ਕੇ ਸਾਥ ਦੇਵਾਂਗੇ। ਸਾਡਾ ਧਰਮ ਸਿਰਫ ਇੱਕੋ ਹੀ ਵਕਾਲਤ ਦਾ ਹੈ ਵੀ ਜਿੱਥੇ ਕਿਤੇ ਧੱਕਾ ਹੁੰਦਾ ਉੱਥੇ ਅਸੀਂ ਬਾਈ ਜੀ ਡਟ ਕੇ ਸਾਥ ਦੇਵਾਂਗੇ। ਕੋਈ ਇਹ ਨਹੀਂ ਵੀ ਆਪਾਂ ਇੱਕ ਹਾਂ ਸਾਨੂੰ ਕੱਲ ਨੂੰ ਲੱਗਦਾ ਵੀ ਉਗਰਾਹਾਂ ਸਾਹਿਬ ਨੂੰ ਲੋੜ ਹੈ, ਸਾਨੂੰ ਲੱਖੋਵਾਲ ਸਾਹਿਬ ਨੂੰ ਲੋੜ ਹੈ, ਸਾਰਿਆਂ ਨਾਲ ਅਸੀਂ ਡਟ ਕੇ ਖੜਾਂਗੇ। ਇੱਕ ਚੀਜ਼ ਮੈਂ ਜਾਂਦੇ ਜਾਂਦਾ ਜ਼ਰੂਰ ਮੈਂ ਕਹਿਣਾ ਚਾਹੁੰਦਾ ਕਿ ਦੇਖੋ ਮੈਂ ਪਿਛਲੇ ਅਸੀਂ 5-7 ਮਹੀਨਿਆਂ ਤੋਂ ਅਸੀਂ ਦੇਖਿਆ ਵੀ ਜਿਹੜਾ ਇਹ ਕਿਸਾਨੀ ਵਾਲਾ ਮਾਮਲਾ ਹੈ ਨਾ ਆਪਣਾ, ਇਹਦੇ ਤੇ ਦੇਖੋ ਬੜੇ ਮੈਂ ਰਿਸਪੈਕਟੇਬਲ ਕਹਾਂਗਾ ਵੀ ਬਹੁਤ ਸਾਡੀ ਰਿਸਪੈਕਟ ਹੈ ਰਾਜੇਵਾਲ ਸਾਹਿਬ ਨੂੰ ਬੜੀ ਹੈ, ਗੁਰਾਹਾਂ ਸਾਹਿਬ ਨੂੰ ਬੜੀ ਹੈ, ਜਾਂ ਸਾਡੇ ਫੁੱਫੜ ਜੀ ਸੀਗੇ ਬਲਕਾਰ ਸਿੰਘ ਚੀਮਾ ਡਕੌਂਡਾ, ਇਹ ਉਹਨਾਂ ਦੇ ਨਾਮ ਤੇ ਹੀ ਡਕੌਂਡਾ ਚੱਲਦੀ ਹੈ। ਉਹਨਾਂ ਦੇ ਵੀ ਸਮਝ ਲਓ ਜਿਹੜੇ ਪ੍ਰਧਾਨ ਨੇ ਡਾਕਟਰ ਦਰਸ਼ਨਪਾਲ ਨੇ, ਜਗਮੋਹਨ ਜੀ ਨੇ, ਸਾਡੇ ਸਾਰਿਆਂ ਲਈ ਬੜੀ ਹੈ। ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ
ਕਿ ਜਿਹੜੀ ਇੱਕ ਨਾ ਜੋ ਅਸੀਂ ਬਾਹਰ ਬੈਠੇ ਅਸੀਂ ਫੀਲ ਕਰਦੇ ਹਾਂ ਵੀ ਭਾਵੇਂ ਬਾਈ ਦੀਪ ਸਿੱਧੂ ਹੈ, ਭਾਵੇਂ ਲੱਖਾ ਸਿਧਾਣਾ ਹੈ, ਇੱਕ ਤੇ ਨਾ ਆਪਾਂ ਖਿੱਚੋਤਾਣ ਜਿਹੜੀ ਹੈ ਨਾ, ਇਹਨੂੰ ਆਪਾਂ ਮਤਲਬ ਮੇਰੀ ਸੁਜੈਸ਼ਨ ਹੈ ਵੀ ਇਹ ਬੰਦ ਕੀਤਾ ਜਾਵੇ। ਤੇ ਜਿੰਨਾ ਆਪਾਂ ਸਾਰੇ ਇਹ ਕੋਸ਼ਿਸ਼ ਕਰੋ ਵੀ ਭਾਈ ਜਿੰਨੇ ਵੀ ਪੰਜਾਬ ਦੇ ਲੋਕ ਨੇ, ਜੇ ਮੈਂ ਉੱਥੇ ਗਿਆ ਨਾ ਸਟੇਜ ਦੇ ਉੱਪਰ, ਤਾਂ ਐਟਲੀਸਟ ਇਹ ਦੇਖਿਆ ਜਾਵੇ ਵੀ ਇਹ ਕਾਨੂੰਨਦਾਨ ਹੈ। ਔਰ ਮੈਂ ਤੇ ਬ੍ਰਦਰ ਅਸੀਂ ਉਹ ਲੋਇਰ ਆ, ਮੈਂ ਇੱਥੇ ਕੋਈ ਮਾਣ ਦੀ ਗੱਲ ਨਹੀਂ ਕਰਦਾ, ਜਿਨ੍ਹਾਂ ਨੇ 5 ਅਕਤੂਬਰ 2020 ਨੂੰ ਸਭ ਤੋਂ ਪਹਿਲਾਂ SLP ਅਸੀਂ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਅਸੀਂ ਦਾਖਲ ਕੀਤੀ ਸੀ। ਸੋ ਸਾਨੂੰ ਇਹ ਪਤਾ ਸੀ ਵੀ ਇਹ ਕਿਹੜੇ ਇਹਦੇ ਤੇ ਸਰਟਨ ਲੂਪ ਹੋਲਸ ਨੇ। ਜੇਕਰ ਮੈਂ ਜਾ ਕੇ ਉੱਪਰ ਜਾ ਕੇ ਚੜਿਆ ਤੇ ਮੈਨੂੰ ਕਹਿਣ ਵੀ ਫਟਾਫਟ ਤੁਸੀਂ ਥੱਲੇ ਉਤਰ ਜਾਓ, ਤੁਸੀਂ ਫਟਾਫਟ ਥੱਲੇ ਉਤਰ ਜਾਓ। ਸੋ ਇਹ ਦਾ ਜਿਹੜਾ ਰਵੱਈਆ ਹੈ ਮੈਨੂੰ ਦੇਖਿਆ, ਅਸੀਂ ਵੀ ਪੱਤਰਕਾਰ ਸਾਹਿਬ, ਮੈਂ ਚਲੋ ਵਕੀਲ ਸਾਹਿਬ ਦੀ ਗੱਲ ਦੇ ਵਿੱਚ ਆ ਗਿਆ, ਸਟੇਜ ਤੇ ਚੜ ਗਏ, ਬੈਠ ਗਏ। ਹੁਣ ਉੱਥੇ ਮੈਂ ਕਹਿਣਾ ਨਹੀਂ ਚਾਹੁੰਦਾ, ਕੋਈ 2-4 ਸਾਡੇ ਨਾਲ ਸਿੰਗਰ ਨੇ, ਉਹਨਾਂ ਨੂੰ ਮੌਕਾ ਦਿੱਤਾ ਜਾ ਰਿਹਾ ਹੈ। ਉਹ ਯਾਰ ਜਿਨ੍ਹਾਂ ਨੂੰ ਕਾਨੂੰਨ, ਜਿਹੜੇ ਕਾਨੂੰਨ ਨੂੰ ਪੜ੍ਹੇ ਨੇ, ਜਿਨ੍ਹਾਂ ਨੂੰ ਪਤਾ ਹੈ ਵੀ ਇਹ ਕਾਨੂੰਨਾਂ 'ਚ ਕੀ ਆ, ਤੁਸੀਂ 2-2 ਮਿੰਟ ਉਹਨਾਂ ਨੂੰ ਵੀ। ਔਰ ਮੈਨੂੰ ਉੱਥੇ ਪੁੱਛਿਆ ਕੀ ਗਿਆ ਜੀ ਤੁਹਾਡੀ ਕਪੈਸਿਟੀ, ਮੈਂ ਕਿਹਾ ਮੇਰੀ ਕੋਈ ਵਕੀਲ ਦੀ ਕਪੈਸਿਟੀ ਨਹੀਂ, ਮੈਂ ਕਿਸਾਨ ਦਾ ਪੁੱਤ ਆਪ ਖੇਤੀ ਕਰਦਾ, ਆਹ ਮੇਰੀ ਕਪੈਸਿਟੀ ਹੈ। ਸੋ ਕਿਸੇ ਨੂੰ ਦੱਸਣ ਦੀ ਲੋੜ ਨਾ ਪਵੇ। ਉੱਥੇ ਜਿਹੜੀ ਪਾਰਟੀਬਾਜ਼ੀ ਹੈ ਨਾ, ਹੱਥ ਬੰਨ੍ਹ ਕੇ ਬੇਨਤੀ ਇਹਨੂੰ ਬੰਦ ਕਰ ਦਿਓ। ਜੇ ਤਾਂ ਤੁਸੀਂ ਪਾਰਟੀਬਾਜ਼ੀ ਕਰਨੀ ਆ, ਫਿਰ ਤਾਂ ਇਹ ਅੱਜ ਵੀ ਫੇਲ ਆ ਤਾਂ ਇਹ ਕੱਲ ਵੀ ਫੇਲ ਹੈ। ਬ੍ਰਦਰ ਦੀ ਗੱਲ ਬਹੁਤ ਵੱਡੀ ਹੈ ਬਈ ਉੱਥੇ ਨਾ ਕੋਈ ਇਹ ਹੋਵੇ ਵੀ ਇਹ ਮਾਨ ਗਰੁੱਪ ਹੈ ਜੀ, ਬੱਬੂ ਮਾਨ ਦਾ ਜੀ, ਇਹ ਸਿੰਗਰ ਗਰੁੱਪ ਹੈ ਜੀ, ਇਹ ਫਲਾਣਾ ਜੀ, ਇਹ ਕੰਮ ਬੰਦ ਕਰ ਦਿਓ। ਇੱਕ ਸਟੇਜ ਤੇ ਆ ਜਾਓ ਜੇ ਬਚਾਉਣਾ ਹੈ। ਤੁਸੀਂ ਹੁਣ ਕੀ ਸ਼ੁਰੂ ਕਰ ਲਿਆ, ਕੀ ਕਰ ਲਿਆ ਤੁਸੀਂ ਜੀ? ਇਹ ਉਹ ਅਗਰਾਹਾਂ ਸਾਹਿਬ ਦਾ ਜੀ, ਆਹ ਇਹ ਜੀ, ਇਹ ਜੀ ਅਸੀਂ ਲੱਖੇ ਨੂੰ ਨਹੀਂ ਲਾਣਾ ਜੀ, ਇਹ ਜੀ ਅਸੀਂ ਇਹ ਦੀਪ ਵਾਲਾ ਜੀ। ਭਾਜੀ ਨਾ ਇੱਦਾਂ ਕਰੋ, ਆਪਾਂ ਇੱਕ ਮੈਂ ਕਹਿੰਦਾ ਪਲੇਟਫਾਰਮ ਤੇ ਆ ਜਾਈਏ, ਪੰਜਾਬ ਨੂੰ ਰੱਖ ਲਓ। ਪੰਜਾਬ ਤੇ ਇਸ ਵੇਲੇ ਖਤਰੇ ਦੇ ਬੱਦਲ ਛਾਏ ਹੋਏ ਨੇ, ਤੁਸੀਂ ਇਸ ਗੱਲ ਨੂੰ ਸਮਝ ਲਓ। ਸੋ ਸਾਡੇ ਕਹਿਣ ਤੋਂ ਸਿਰਫ ਆਵੇ ਨਾ ਵੀ ਆਪਾਂ ਕੋਸ਼ਿਸ਼ ਕਰੀਏ ਇੱਕ ਪਲੇਟਫਾਰਮ ਤੇ ਆਉਣ ਦੀ। ਇੱਕ ਪਲੇਟਫਾਰਮ ਤੇ ਜਿਸ ਦਿਨ ਆ ਗਏ ਨਾ, ਉਸ ਦਿਨ ਆਪਣੀ ਕਾਮਯਾਬੀ ਹੋਊਗੀ। ਔਰ ਇਹ ਕਾਨੂੰਨ ਵੀ ਹੋਣਗੇ ਵਾਪਸ, ਇਹ ਅੱਜ ਵੀ ਹੋਣਗੇ ਤੇ ਕੱਲ ਵੀ ਹੋਣਗੇ। ਜਾਂਦਾ ਜਾਂਦਾ ਮੈਂ ਢਿੱਲੋਂ ਸਾਹਿਬ ਮੈਂ ਕਹਿਣੀ ਚਾਹੁੰਦਾ, ਟੂ ਬੀ ਵੈਰੀ ਫਰੈਂਕ, ਵੀ ਦੇਖੋ ਹੁਣ ਮਈ ਮਹੀਨਾ ਆ ਗਿਆ, ਹੁਣ ਅਸੀਂ ਵਿਚਾਰ ਕਰੀ ਜਾਂਦੇ ਆ ਵੀ ਆਪਾਂ ਕਿਹੜੀ ਪਨੀਰੀ ਬੀਜੀ, ਆਪਾਂ ਇਸ ਵਾਰੀ ਪੈਡੀ ਝੋਨਾ ਆਪਾਂ ਕਿਹੜਾ ਕਰਨਾ ਹੈ। ਯਕੀਨ ਕਰਿਓ ਢਿੱਲੋਂ ਸਾਹਿਬ, ਮੈਨੂੰ 1 ਹਫ਼ਤਾ ਹੋ ਗਿਆ, ਮੈਂ ਖੁਦ ਡਿਸਾਈਡ ਹੀ ਨਹੀਂ ਕਰ ਪਾ ਰਿਹਾ ਵੀ ਅਸੀਂ ਬਾਸਮਤੀ ਕਰੀਏ, ਅਸੀਂ ਸ਼ਰਬਤੀ ਕਰੀਏ, ਅਸੀਂ 11-21 ਕਰੀਏ, ਅਸੀਂ 1709 ਕਰੀਏ, ਅਸੀਂ 121 ਕਰੀਏ, ਅਸੀਂ 126, ਇਹ ਸਾਰੀਆਂ ਵੈਰਾਈਟੀਆਂ ਨੇ। ਸੋ ਮੇਰੇ ਕਹਿਣ ਤੋਂ ਭਾਵ ਇਹ ਹੈ ਵੀ ਜਿਹੜੀ ਮੋਟੀ ਆਪਾਂ ਜਿਵੇਂ ਪਹਿਲਾਂ ਅਸੀਂ ਤੁਹਾਡੀ ਪੂਸਾ 44 ਜਾਂ 201 ਵਗੈਰਾ ਚਲੋ ਪਹਿਲਾਂ ਬੈਨ ਹੋ ਗਈ, ਉਹ ਚੰਗੇ ਸਾਡੀ ਪ੍ਰੋਡਕਸ਼ਨ ਸਾਡੀ ਨਿਕਲਦੀ ਸੀ। ਸੋ ਅਸੀਂ ਜਿਹੜੇ ਕਿਸਾਨ ਆ, ਅਸੀਂ ਹਨੇਰੇ 'ਚ ਪਾਤੇ, ਅਸੀਂ ਹਨੇਰੇ 'ਚ ਬੈਠੇ ਆ ਇਸ ਵੇਲੇ। ਸਾਨੂੰ ਪਤਾ ਹੀ ਨਹੀਂ ਵੀ ਅਸੀਂ ਫਸਲ ਕਿਹੜੀ ਗਾਲੀਏ, ਅਸੀਂ ਦਾਲਾਂ ਹੀ ਗਾਲ ਲਈਏ ਜਾਂ ਅਸੀਂ ਫਸਲਾਂ ਖਾਲੀ ਹੋਈ ਛੱਡ ਦਈਏ। ਕਿਤੇ ਉਹ ਨਾ ਹੋਵੇ ਵੀ ਘਰ ਮੁੜ ਕੇ ਦਾਣੇ ਸੁੱਟ ਕੇ ਅਸੀਂ ਸਾਡੇ ਘਰੇ ਤਾਂ ਸਾਡੇ ਤਾਂ ਕਲੇਸ਼ ਪੈ ਜਾਣਾ, ਘਰ ਲੋਕਾਂ ਦੇ, ਨਾ ਉਹ ਸਾਂਭਣ ਨੂੰ, ਨਾ ਉਹ ਕਿਤੇ ਅਸੀਂ ਸੁੱਟਣ ਨੂੰ। ਸੋ ਮੇਰੇ ਕਹਿਣ ਤੋਂ ਭਾਵ ਇਹ ਹੈ ਵੀ ਸਾਡੀ ਪਿਕਚਰ ਬਹੁਤ ਖਰਾਬ ਹੈ। ਇਹ ਪੰਜਾਬ ਹੈ, ਪੰਜਾਬ 'ਚ ਸਭ ਤੋਂ ਵੱਧ ਤੁਸੀਂ ਤੁਸੀਂ ਗੂਗਲ ਦੇ ਉੱਪਰ ਸਰਚ ਕਰੋ, ਸਭ ਤੋਂ ਵੱਧ ਸਾਡੇ ਪੰਜਾਬ ਦੇ ਵਿੱਚ ਕਮਿਟ ਹੋਏ ਨੇ। ਸੋ ਸਾਡੀ ਪੋਜੀਸ਼ਨ ਸਭ ਤੋਂ ਵਰਸਟ ਪੋਜੀਸ਼ਨ ਮੈਂ ਕਹਾਂਗਾ ਉਹ ਸਾਡੀ ਪੰਜਾਬ ਵਾਲਿਆਂ ਦੀ ਹੈ। ਮੈਂ ਇੰਨੀ ਗੱਲ ਕਹਿਣੀ ਚਾਹੁੰਦਾ ਕਿ ਸਾਡੀ ਐਟਲੀਸਟ ਸਾਨੂੰ ਕਲੀਅਰ ਤਾਂ ਕਰ ਦਿਓ ਵੀ ਅਸੀਂ ਕਿਹੜੀਆਂ ਫਸਲਾਂ ਕਰ ਲਈਏ, ਅਸੀਂ ਬਾਸਮਤੀਆਂ ਹੀ ਕਰ ਲਈਏ ਯਾਰ, ਛੱਡ ਦਿੰਦੇ ਅਸੀਂ ਜੇ ਤੁਸੀਂ ਨਹੀਂ ਸਾਨੂੰ ਉਹਦੇ ਤੇ ਤੁਸੀਂ ਕੋਈ ਉਹ ਕਰਨੀ। ਸੋ ਸਾਡੀ ਸਿਰਫ ਇੰਨੇ ਹੀ ਲਫ਼ਜ਼ਾਂ ਦੇ ਨਾਲ ਹੈ ਵੀ ਕੋਈ ਇੱਕ ਹੁੰਦਾ ਨਾ ਸਿੰਸੀਅਰ, ਇੱਕ ਹੁੰਦਾ ਸੀਰੀਅਸਲੀ ਇਨੀਸ਼ੀਏਟਿਵ ਜਿਹੜਾ ਉਹ ਸੈਂਟਰ ਗਵਰਨਮੈਂਟ, ਸਾਡੇ ਮਾਣਯੋਗ ਪ੍ਰਧਾਨ ਮੰਤਰੀ ਸਾਹਿਬ ਨੇ ਐਡਾ ਵੱਡਾ, ਉਹਨਾਂ ਨੂੰ ਲੋਕਾਂ ਨੇ ਐਡਾ ਵੱਡਾ ਸਮਝ ਲਓ ਵੀ ਸੈਕੰਡ ਟਾਈਮ ਜਿੱਤ ਕੇ ਆਏ ਨੇ, ਬੜੀ ਵੱਡੀ ਸਾਡੇ ਲਈ ਵੀ ਗੱਲ ਹੈ। ਅਸੀਂ ਕੋਈ ਉਹਨਾਂ ਦੇ ਅਗੇਂਸਟ ਥੋੜੀ ਆ। ਜਿਹੜਾ ਰਵੱਈਆ ਹੁਣ ਦੇਖ ਰਿਹਾ ਸਾਡੇ ਪ੍ਰਧਾਨ ਮੰਤਰੀ ਦਾ, ਉਹ ਰਵੱਈਆ ਕੋਈ ਮੈਨੂੰ ਇਦਾਂ ਦਾ ਨਹੀਂ ਲੱਗ ਰਿਹਾ ਵੀ ਸਾਡੇ ਦੇਸ਼ ਦਾ ਇੱਕ ਸਾਂਝਾ ਪ੍ਰਧਾਨ ਮੰਤਰੀ ਨੇ, ਮਾਣਯੋਗ ਨੇ, ਬਹੁਤ ਵੱਡੀ ਥਾਂ ਤੇ ਨੇ, ਪਰ ਉਹ ਇਦਾਂ ਦਾ ਲੱਗ ਰਿਹਾ, ਮੈਂ ਕਹਿਣਾ ਨਹੀਂ ਚਾਹੁੰਦਾ ਜਿੱਦਾਂ ਸ਼ਰੀਕਾਂ ਦਾ ਇੱਕ ਰਵੱਈਆ ਹੁੰਦਾ। ਪੰਜਾਬ ਨੂੰ ਪਹਿਲਾਂ ਤਾਂ ਮਤਰੇਈ ਮਾਂ ਆਪਾਂ ਕਹਿੰਦੇ ਸੀ ਨਾ, ਮਤਰੇਈ ਮਾਂ ਵਾਲਾ, ਹੁਣ ਸ਼ਰੀਕਾਂ ਵਾਲਾ। ਸ਼ਰੀਕਾਂ ਦਾ ਕੀ ਹੁੰਦਾ ਵੀ ਇਹ ਦੁਖੀ ਨੇ, ਇਹਨਾਂ ਨੂੰ ਹੋਣ ਦੇ, ਹੱਸੋ। ਤੁਸੀਂ ਬਿਲਕੁਲ ਜੋ ਕਣਕ 'ਚ ਦਿਖਾਇਆ ਨਾ, ਤੁਸੀਂ ਸਟੈਪ ਬਾਏ ਸਟੈਪ ਆਉਣ ਦਿਓ। ਅਸੀਂ ਇਹ ਕਹਿੰਦੇ ਆ ਕਿ ਤੂੰ ਪ੍ਰਧਾਨ ਮੰਤਰੀ, ਦੇਖੋ ਤੁਹਾਨੂੰ ਚੁਣ ਕੇ ਭੇਜਿਆ, ਤੁਹਾਡੀ ਇਹ ਕੋਈ ਘਰ ਦੀ ਖਰੀਦੀ, ਇਹ ਕੋਈ ਜਾਇਦਾਦ ਨਹੀਂ ਹੈਗੀ, ਇਹ ਅਸੀਂ ਉੱਪਰੋਂ ਭੇਜਿਆ ਤੁਹਾਨੂੰ, ਠੀਕ ਹੈ। ਤੁਸੀਂ ਜਾ ਕੇ ਇਹ ਕਹਿੰਦੇ ਨੇ ਬਾਈ ਦੀ ਪੀਪਲ ਫੋਰ ਦੀ ਪੀਪਲ, ਠੀਕ ਹੈ। ਇਹਦੇ ਵਿੱਚ ਜੋ ਕਾਨੂੰਨ ਹੈ ਉਹ ਸਾਨੂੰ ਪਤਾ ਹੈ। ਤੁਸੀਂ ਇਹ ਸਦਾ ਲਈ ਨਹੀਂ ਬੈਠੇ, 2-3 ਸਾਲ ਬਾਅਦ ਫੇਰ ਆਈ ਲਓ। ਸੋ ਮੇਰੇ ਕਹਿਣ ਤੋਂ ਭਾਵ ਹੈ ਵੀ ਇਹ ਜਿਹੜੀ ਹੈਗੀ ਹੈ ਪ੍ਰਧਾਨ ਮੰਤਰੀ ਨੂੰ, ਇਹ ਜਿਹੜੀ ਸ਼ਰੀਕਾਂ ਵਾਲੀ ਹੈ ਨਾ ਜਿੱਦਬਾਜੀ, ਇਹ ਛੱਡ ਕੇ ਇਹਦੇ ਤੇ ਕੋਈ ਨਾ ਕੋਈ ਪ੍ਰੋਪਰਲੀ ਆਪਣਾ ਕਾਨੂੰਨ ਬਣਾਉਣ। ਜਾਂਦਾ ਫੇਰ ਮੈਂ ਚਲੋ ਕੋਈ ਗੱਲ, ਪਤਾ ਕੀ ਹੁੰਦਾ ਬਾਈ ਜੀ, ਵਿਚਾਰ ਨੇ ਹਨਾ, ਜਦੋਂ ਬੰਦਾ ਫਿਰ ਉਸੇ ਤਰੀਕੇ ਦੀ ਤੁਹਾਡੇ ਅੰਦਰੋਂ ਮਨ 'ਚ ਆਉਂਦੇ ਨੇ। ਦੇਖੋ ਮੈਂ ਗੱਲ ਕਹਿਣੀ ਚਾਹੁੰਦਾ ਵੀ ਐਤਕੀ ਮੰਡੀਆਂ 'ਚ, ਯਕੀਨ ਕਰਿਓ ਮੈਂ ਬਹੁਤ ਮੰਡੀ 'ਚ ਰਿਹਾ ਜੀ, ਐਤਕੀ ਮੰਡੀ 'ਚ ਆ ਖੜੇ ਨੇ ਕਲੇਸ਼ਵਰ ਜਿਹੜੀ ਹਰਵਿੰਦਰ ਰਹੀ ਸਾਰੇ, ਅਸੀਂ ਮੇਰੀ ਗੱਲ ਯਕੀਨ ਕਰਿਓ, ਅਸੀਂ ਆਪਸ 'ਚ ਗੱਲਾਂ ਕੀਤੀਆਂ ਯਾਰ ਵੀ ਐਤਕੀ ਮੰਡੀ 'ਚ ਰੌਣਕ ਨਹੀਂ ਬਣਦੀ ਵੀਰ।
ਉਹ ਰੌਣਕਾਂ ਕਿੱਥੇ ਗਈਆਂ? ਰੌਣਕਾਂ ਤਾਂ ਵੀਰ ਸਾਡੇ ਪੰਜਾਬ 'ਚ ਬੇਰੌਣਕਾ ਕੰਮ ਹੋ ਗਿਆ। ਮੰਡੀਆਂ ਦੇ ਵਿੱਚ ਬੱਚੇ ਯਾਰ ਜਾਨੋਂ ਡਰਾਤੇ। ਉਹ ਦਿੱਲੀ ਪੁਲਿਸ ਚੁੱਪ ਕਰਕੇ ਉੱਥੋਂ ਪੈਰਾਸ਼ੂਟ ਰਾਹੀਂ ਉਤਰਦੀ ਏ, ਇੱਥੋਂ ਮੁੰਡੇ ਚੁੱਕੇ ਤੇ ਉਹਨਾਂ ਨੂੰ 4 ਦਿਨ ਤਸੱਦਦ ਢਾਇਆ, ਫੇਰ ਉੱਥੇ ਹੀ ਛੱਡ ਕੇ ਜਾਂ ਉਹਨਾਂ ਨੂੰ ਉਧਰ ਨੂੰ ਲੈ ਗਏ। ਸੋ ਦੂਜੀ ਜਿਹੜੀ ਮੈਂ ਗੱਲ ਕਹਿਣੀ ਚਾਹੁੰਦਾ ਵੀ ਇਹ ਕੱਲਾ ਜਿਹੜਾ ਮਸਲਾ ਹੈ ਕੱਲਾ ਪ੍ਰਾਈਮ ਮਿਨਿਸਟਰ ਸਾਹਿਬ ਦੇ ਉੱਪਰ ਨਹੀਂ ਫੇਲੀਅਰ, ਇਟਸ ਗ੍ਰੇਟ ਫੇਲੀਅਰ ਔਨ ਦੀ ਪਾਰਟ ਆਫ ਦੀ ਸਟੇਟ ਗਵਰਨਮੈਂਟ ਆਲਸੋ। ਇਸ ਵਾਰੀ ਢਿੱਲੋਂ ਸਾਹਿਬ ਮੈਂ ਵਾਈਂਡ ਅਪ ਲੱਗਾ ਕਰਨ, ਇਸ ਵਾਰੀ ਸਾਰੇ ਡੀਸੀ ਸਾਰੇ ਜਿੰਨੇ ਫੂਡ ਸਿਵਲ ਸਪਲਾਈ ਦੇ ਅਫਸਰ ਸਨ ਸਾਰੇ ਸੁੱਤੇ ਪਏ ਨੇ। ਕਿਸੇ ਨੂੰ ਕੋਈ ਸਿਸਟਮ ਨਹੀਂ, ਔਰ ਕੋਈ ਐਮਐਲਏ ਸਾਡੇ ਕਿਸੇ ਦੀ ਮੰਡੀ ਦੇ ਵਿੱਚ ਆ ਕੇ ਕਿਸੇ ਨੇ ਸਾਡੇ ਕਿਸਾਨਾਂ ਦਾ ਹਾਲ ਨਹੀਂ ਪੁੱਛਿਆ ਵੀ ਭਾਈ ਤੁਸੀਂ ਠੀਕ ਹੋ, ਤੁਸੀਂ ਰੋਟੀ ਪਾਣੀ ਛਕ ਲਿਆ, ਤੁਸੀਂ ਭਾਈ ਠੀਕ ਹੋ, ਜਿਉਂਦੇ ਹੋ ਤੁਸੀਂ। ਸਾਨੂੰ ਕਿਸੇ ਨੇ ਵਿਰਕ ਸਾਹਿਬ ਇਸ ਵਾਰੀ ਤੁਸੀਂ ਕਹ ਲਓ ਵੀ ਸਾਨੂੰ ਕਿਸੇ ਨੇ ਨਹੀਂ ਪੁੱਛਿਆ। ਸੋ ਮੇਰੇ ਕਹਿਣ ਤੋਂ ਭਾਵ ਸਿਰਫ ਇੰਨਾ ਕੁ ਸ਼ਬਦਾਂ ਨਾਲ ਹੀ ਮੈਂ ਇਹਨੂੰ ਵਾਈਂਡ ਅਪ ਕਰਾਂਗਾ। ਇੱਕ ਲਾਸਟ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਹੁਣ ਆਉਂਦੀ ਆ ਗੱਲਬਾਤ ਸਾਹਮਣੇ ਨਿਕਲ ਕੇ ਵੀ ਵੈਸਟ ਬੰਗਾਲ ਦੇ ਵਿੱਚ ਜਿੱਤ ਹੁੰਦੀ ਆ ਹਨਾ, ਮਮਤਾ ਬੈਨਰਜੀ ਜਿੱਤ ਜਾਂਦੇ ਨੇ। ਉਸ ਤੋਂ ਬਾਅਦ ਇੱਕ ਟਵੀਟ ਆਉਂਦੀ ਆ ਕਿ ਫਿਰ ਉਹਦੇ ਤੇ ਲਿਖਿਆ ਜਾਂਦਾ ਇਸ ਨੂੰ ਕਸ਼ਮੀਰ ਨਾ ਬਣਾ ਦਿਓ, ਇਹ ਕਸ਼ਮੀਰ ਨਾ ਬਣ ਜੇ ਕਿਤੇ ਬੰਗਾਲ। ਕੀ ਕਸ਼ਮੀਰ ਦੇ ਲੋਕਾਂ ਤੋਂ ਇੰਨੀ ਨਫ਼ਰਤ ਆ ਸਰਕਾਰਾਂ ਨੂੰ? ਮੈਂ ਸਰ ਤੁਹਾਡੀ ਢਿੱਲੋਂ ਸਾਹਿਬ ਮੈਂ ਗੱਲ ਦਾ ਤੁਹਾਡਾ ਮੈਂ ਜਵਾਬ ਦਿੰਦਾ ਕਿ ਦੇਖੋ ਜਿਹੜਾ ਕਸ਼ਮੀਰ ਸੀ ਨਾ ਉਹ ਵੀ ਆਪਾਂ ਇੰਟੈਗਰਲ ਇੱਕ ਇੰਗਲਿਸ਼ 'ਚ ਵਰਡ ਏ, ਉਹ ਕੀ ਹੈ ਅਟੁੱਟ, ਵੀ ਜਿਹੜਾ ਨਾ ਟੁੱਟਣ ਵਾਲਾ ਸਾਡਾ ਹਿੱਸਾ ਹੈ। ਸੋ ਮੈਂ ਗੱਲ ਕਹਿਣੀ ਚਾਹੁੰਦਾ ਕਿ ਜਦੋਂ ਉੱਥੇ ਸਾਰੀ ਉਹ 370 ਵਗੈਰਾ ਇੰਟਰੋਡਿਊਸ ਕਰਵਾਈ ਸੀ ਨਾ ਤਾਂ ਉਦੋਂ ਜਿਵੇਂ ਕਹਿੰਦੇ ਨਹੀਂ ਵੀ ਪੁਰਾ ਜਦੋਂ ਚੱਲਦਾ ਜਾਂ ਪੱਚੋਂ ਚੱਲਦੀ ਹੈ ਨਾ ਤਾਂ ਤੁਹਾਨੂੰ ਪਹਿਲਾਂ ਤੁਹਾਨੂੰ ਉਹਦੇ ਲੱਛਣ ਦੇ ਵਿਖਣ ਲੱਗ ਪੈਂਦੇ ਨੇ ਵੀ ਚੱਲ ਪਿਆ। ਸੋ ਮੈਨੂੰ ਇਹ ਲੱਗਦਾ ਵੀ ਉਦੋਂ ਅਸੀਂ ਸਾਰੇ ਭਾਵੇਂ ਇੰਡੀਆ 'ਚ ਬੈਠੇ ਸੀ, ਸਾਨੂੰ ਇਹ ਸੀ ਵੀ ਚੱਲ ਕੋਈ ਨਹੀਂ ਯਾਰ ਕਸ਼ਮੀਰ ਦੇ ਉੱਪਰ ਹੀ ਇਹ ਸਿਸਟਮ ਕਰਦੇ ਨੇ ਵਿਚਾਰੇ ਕਰੀ ਜਾਣ। ਮੈਂ ਗੱਲ ਕਹਿਣੀ ਚਾਹੁੰਦਾ ਕਿ ਇਹ ਨਹੀਂ ਸੀ ਪਤਾ ਵੀ ਇਹ ਜਿਹੜਾ ਐਡਾ ਵੱਡਾ ਜਿਹੜਾ ਪਹਾੜ ਏ ਉਹ ਲਿਆ ਕੇ ਸਿੱਧੇ ਤੌਰ ਤੇ ਸਾਡੇ ਤੇ ਸੁੱਟਣਾ ਹੈ। ਤੇ ਸਿਰਫ 5-7 ਪਰਿਵਾਰ ਜਿਹੜੇ ਅੱਗੇ ਹੀ ਤੁਸੀਂ ਕਹ ਲਓ ਵੀ ਜਿਨ੍ਹਾਂ ਨੂੰ ਨਾ ਤਾਂ ਪੈਸਾ ਸਾਂਭਣ ਦਾ ਪਤਾ, ਨਾ ਉਹਨਾਂ ਨੂੰ ਕੋਈ ਇਹ ਪਤਾ ਵੀ ਪੈਸਾ ਰੱਖਣਾ ਕਿੱਥੇ ਵੇ, ਸਿਰਫ ਉਹਨਾਂ ਨੂੰ ਇਹ ਚੱਕਣ ਲਈ ਇਹ ਸਾਰਾ ਸਿਸਟਮ ਕੀਤਾ ਜਾ ਰਿਹਾ। ਮੈਂ ਇੱਕ ਚੀਜ਼ ਜ਼ਰੂਰ ਮੈਂ ਸੋਚਦਾ ਵੀ ਜਿਵੇਂ ਕੁਛ ਕੁ ਆਪਣੇ ਜਿਹੜੇ ਓਨੈਸਟ ਲੋਕ ਨੇ ਨਾ, ਜਿਵੇਂ ਹੁਣ ਸਾਨੂੰ ਦਿੱਕਤ ਕੀ ਆਈ, ਸਾਨੂੰ ਦਿੱਕਤ ਇਹ ਆਈ ਕਿ ਸਾਡੇ ਚੋਂ ਜਿਹੜੇ ਰਿਪਰੈਜ਼ੈਂਟੇਟਿਵਸ ਨੇ ਸਾਡੇ, ਮਤਲਬ ਭਾਵੇਂ ਉਹ ਤੁਸੀਂ ਐਮਐਲਏ ਕਹ ਲਓ ਭਾਵੇਂ ਮੈਂਬਰ ਪਾਰਲੀਮੈਂਟ ਕਹ ਲਓ, ਮੈਨੂੰ ਇਹ ਲੱਗਦਾ ਵੀ ਕੁਛ ਨਾ ਕੁਛ ਰਿਪਰੈਜ਼ੈਂਟੇਸ਼ਨਸ ਜਿਹੜੀਆਂ ਨੇ ਨਾ ਉਹ ਸਾਡੇ ਕਿਸਾਨ ਜਥੇਬੰਦੀਆਂ ਨੂੰ ਅੱਗੇ ਆਉਣਾ ਚਾਹੀਦਾ। ਉਹ ਆਪਣੇ ਰਿਪਰੈਜ਼ੈਂਟੇਟਿਵਸ ਐਸਟੈਬਲਿਸ਼ ਕਰਨ। ਇਲੈਕਸ਼ਨਸ ਮੈਂ ਤਾਂ ਕਹਿੰਦਾ ਵੀ ਉਹ ਅੱਗੇ ਆਉਣ, ਉਹ ਆਪਣੇ ਰਿਪਰੈਜ਼ੈਂਟੇਟਿਵਸ ਖਿਲਾਰਨ, ਉਹ ਬੰਦੇ ਕੱਲ ਨੂੰ ਸਾਡੇ ਐਮਐਲਏ ਬਣਨ, ਸਾਡੇ ਮੈਂਬਰ ਪਾਰਲੀਮੈਂਟ ਬਣਨ, ਤਾਂ ਘੱਟੋ ਘੱਟ ਸਾਡੇ ਕਿਸਾਨਾਂ ਦੀ ਜਾ ਕੇ ਉਹ ਹਾਂ ਦਾ ਨਾਰਾ ਤਾਂ ਮਾਰਨ। ਸੋ ਮੈਂ ਇੱਥੇ ਇਹ ਮੈਂ ਕਹਿਣਾ ਚਾਹੁੰਦਾ ਕਿ ਜਿਵੇਂ ਭਾਵੇਂ ਸਾਡੀ ਸਟੇਟ ਗਵਰਨਮੈਂਟ ਸੀ, ਭਾਵੇਂ ਅਮਰਿੰਦਰ ਸਿੰਘ ਜੀ ਸੀਗੇ, ਇਹਨਾਂ ਨੇ ਵੀ ਇੱਕ ਵਾਰੀ ਇਹਨਾਂ ਨੇ ਕੋਸ਼ਿਸ਼ ਕੀਤੀ ਵੀ ਉਹਦੇ 'ਚ ਥੋੜ੍ਹੀਆਂ ਬਹੁਤੀਆਂ ਮੋਡੀਫਿਕੇਸ਼ਨਸ ਕਰਕੇ ਵੀ ਇਹਨੂੰ ਅਪਰੂਵ ਕਰਵਾ ਦਿਓ। ਸਰ ਆਪਾਂ ਨੂੰ ਮੋਡੀਫਿਕੇਸ਼ਨਸ ਦੀ ਲੋੜ ਹੀ ਨਹੀਂ ਹੈਗੀ। ਤੁਸੀਂ ਉਹਨੂੰ ਸੀਐਮ ਪੰਜਾਬ ਇਹ ਗੱਲ ਕਵੇ ਕਿ ਹਾਂਜੀ ਹੁਣ ਸਾਡੀਆਂ ਨਾਲ ਦੀਆਂ ਜਿਹੜੀਆਂ ਸਟੇਟਸ ਨੇ ਐਸਐਲਪੀਸ ਪਾਈਆਂ ਨੇ ਉਹਦੇ ਵਿੱਚ, ਸਟੇਟ ਆਫ ਕੇਰਲਾ ਵਗੈਰਾ ਨੇ, ਔਰ ਕਿੰਨਾ ਨੇ ਪਾਈਆਂ ਨੇ? ਚੀਫ ਸੈਕਟਰੀ ਨੇ, ਥਰੂ ਚੀਫ ਸੈਕਟਰੀ ਗਈਆਂ ਨੇ। ਅਸੀਂ ਜਿਵੇਂ ਸੁਪਰੀਮ ਕੋਰਟ 'ਚ ਤੁਸੀਂ ਜਾਣਾ ਢਿੱਲੋਂ ਸਾਹਿਬ, ਇਹਨਾਂ ਕਾਨੂੰਨਾਂ ਨੂੰ ਤੁਸੀਂ ਵੀ ਚੈਲੰਜ ਕਰ ਸਕਦੇ ਹੋ। ਤੁਸੀਂ ਤੁਹਾਡੇ ਕੋਲ ਪ੍ਰੋਵੀਜ਼ਨ ਆਰਟੀਕਲ 131 'ਚ ਜੇਕਰ ਇਹਨਾਂ ਨੇ ਸਟੇਟ ਨੇ ਜਾਣਾ ਹੈ, ਕਿਉਂਕਿ ਸਟੇਟ ਸਬਜੈਕਟ ਹੈ, ਐਗਰੀਕਲਚਰ ਸਟੇਟ ਸਬਜੈਕਟ 'ਚ ਕਵਰ ਹੁੰਦੀ ਹੈ, ਜੇਕਰ ਸਾਡੇ ਸੀਐਮ ਸਾਹਿਬ ਇਹਨੂੰ ਸੀਰੀਅਸਲੀ ਲੈਂਦੇ ਤਾਂ ਆਰਟੀਕਲ 132 ਦਾ ਪ੍ਰੋਵੀਜ਼ਨ ਪੜ੍ਹੋ। ਉਹਦੇ 'ਚ ਇਹ ਹੈ ਵੀ ਥਰੂ ਚੀਫ ਸੈਕਟਰੀ ਇਹਨੂੰ ਇਮੀਡੀਏਟਲੀ ਸਟੇ ਮਿਲਦੀ ਸੀ, ਕਿਉਂਕਿ ਟੈਕਨੀਕਲ ਤੌਰ ਦੇ ਉੱਪਰ ਤੁਸੀਂ ਕਹ ਲਓ ਵੀ ਜਿਹੜੀ ਸੈਂਟਰ ਗਵਰਨਮੈਂਟ ਸੀ ਉਹ ਇਸ ਤਰੀਕੇ ਨਾਲ ਇੰਪੋਜ਼ ਨਹੀਂ ਸੀ ਕਰ ਸਕਦੀ ਜਿਵੇਂ ਉਹਨਾਂ ਨੇ ਕਰਤਾ। ਸੋ ਮੇਰਾ ਕਹਿਣ ਤੋਂ ਭਾਵ ਇਹ ਹੈ ਵੀ ਜਿਹੜੀਆਂ ਸਰਕਾਰਾਂ ਨੇ ਪਤਾ ਨਹੀਂ ਉਹ ਰਲੀਆਂ ਨੇ, ਪਤਾ ਨਹੀਂ ਉਹਨਾਂ ਦੀਆਂ ਕੀ ਮਜਬੂਰੀਆਂ ਨੇ। ਵੀ ਮੈਂ ਇਸ ਗੱਲ ਦੀ ਗੱਲ ਕਹਿਣਾ ਵੀ ਭਾਵੇਂ ਚੰਗੇ ਜਿਹੜੇ ਯੂਥ ਨੇ, ਜਿਹੜੇ ਐਜੂਕੇਟਡ ਲੋਕ ਨੇ, ਜਾਂ ਭਾਵੇਂ ਸਾਡੇ ਜਿਹੜੇ ਕਿਸਾਨ ਜਥੇਬੰਦੀਆਂ ਵਾਲੀਆਂ ਨੇ, ਠੀਕ ਹੈ, ਮੈਂ ਗੱਲ ਕਹਿਣਾ ਵੀ ਉਹ ਆਪਣੇ ਰਿਪਰੈਜ਼ੈਂਟੇਟਿਵਸ ਖੜੇ ਕਰਨ। ਵਾਹਿਗੁਰੂ ਮਿਹਰ ਕਰੇ ਜਿਵੇਂ ਉੱਥੇ ਜਾ ਕੇ ਵੈਸਟ ਬੰਗਾਲ ਦੇ ਵਿੱਚ ਤੁਸੀਂ ਕਹ ਲਓ ਵੀ ਐਡੀ ਵੱਡੀ ਇੱਕ ਜਿੱਤ ਮਿਲੀ ਏ, ਆਪਣੇ ਵੀ ਮੈਂ ਲੋਕਾਂ ਨੂੰ ਮੈਂ ਅਪੀਲ ਕਰਦਾ ਵੀ ਉਹਨਾਂ ਲੋਕਾਂ ਨੂੰ ਚੁਣਿਆ ਜਾਵੇ ਤਾਂ ਜੋ ਸਾਡੇ ਲਈ ਕਿਸਾਨਾਂ ਲਈ ਉਹ ਜਾ ਕੇ ਹਾਂ ਦਾ ਨਾਰਾ ਮਾਰੇ। ਇਹ ਮੈਂ ਕਹਿਣਾ। ਇੱਕ ਘੁੰਮਣ ਸਾਹਿਬ ਹੋਰ ਸਵਾਲ, ਜਿਵੇਂ ਕਿਹਾ ਵੀ ਗੱਲਾਂ ਚੱਲਦੀਆਂ ਦੇ ਵਿੱਚ ਗੱਲ ਨਿਕਲ ਆਉਂਦੀ ਆ, ਬੇਅਦਬੀ ਕਾਂਡ ਨੂੰ ਦੁਬਾਰਾ ਫੇਰ ਉਭਾਰਿਆ ਜਾ ਰਿਹਾ ਵੀ ਯਾਰ ਬੇਅਦਬੀ ਹੋਈ ਆ, ਉਸ ਦਾ ਇਨਸਾਫ ਨਹੀਂ ਮਿਲਿਆ। ਕੁੰਵਰ ਵਿਜੇ ਪ੍ਰਤਾਪ ਜੀ ਆਪ ਅਸਤੀਫਾ ਦੇ ਜਾਂਦੇ ਨੇ ਤੇ ਹੁਣ ਉੱਥੇ ਜਾ ਕੇ ਇੱਕ ਵੱਡਾ ਪ੍ਰੋਟੈਸਟ ਫੇਰ ਹੋਣ ਦੀਆਂ ਤਿਆਰੀਆਂ ਹੋ ਰਹੀਆਂ ਨੇ। ਉਹਨਾਂ ਨੂੰ ਫਿਰ ਲੱਗਦਾ ਹੁਣ ਇਨਸਾਫ ਮਿਲੂਗਾ ਕਿਤੇ ਨਾ ਕਿਤੇ ਜਾ ਕੇ? ਦੇਖੋ ਮੈਂ ਤਾਂ ਸ਼ੋਰਟ ਸ਼ਬਦਾਂ ਦੇ ਵਿੱਚ ਮੈਂ ਇਹ ਚੀਜ਼ ਕਹਿਣੀ ਚਾਹੁੰਦਾ ਕਿ ਜਿਵੇਂ ਕੁੰਵਰ ਵਿਜੇ ਪ੍ਰਤਾਪ ਜੀ ਨੇ, ਚਲੋ ਸਾਨੂੰ ਸਾਰਿਆਂ ਨੂੰ ਮੈਨੂੰ ਲੱਗਦਾ ਵੀ ਪੰਜਾਬ ਦੇ ਵਿੱਚ ਇੱਕ ਉਹਨਾਂ ਦਾ ਇੱਕ ਚੰਗਾ ਇੱਕ ਸੀਗਾ ਸਿਸਟਮ ਸੀ, ਇੱਕ ਚੰਗਾ ਉਹਨਾਂ ਦਾ ਇਨਫਲੂਐਂਸ ਸੀ ਲੋਕਾਂ ਦੇ ਉੱਪਰ, ਇੰਪ੍ਰੈਸ਼ਨ ਕਹਿ ਲਓ ਤੁਸੀਂ ਵੀ ਇਹ ਇੱਕ ਬੜੇ ਓਨੈਸਟ ਆਫੀਸਰ ਨੇ। ਔਰ ਉਹਨਾਂ ਨੇ ਮੈਨੂੰ ਲੱਗਦਾ ਵੀ ਜਿਹੜੀ ਇਨਵੈਸਟੀਗੇਸ਼ਨ ਹੈ, ਮੈਂ ਉਹਨਾਂ ਦੀ ਇਨਵੈਸਟੀਗੇਸ਼ਨ ਤੇ ਨਹੀਂ ਜਾਣਾ ਵੀ ਉਹਨਾਂ ਨੇ ਫੇਅਰ ਕੀਤੀ ਹੈ ਜਾਂ ਨਹੀਂ ਫੇਅਰ ਕੀਤੀ, ਕਿਉਂਕਿ ਇਹ ਤਾਂ ਜਿਹੜਾ ਇਨਵੈਸਟੀਗੇਟਿੰਗ ਆਫੀਸਰ ਹੈ ਉਹਨਾਂ ਨੂੰ ਹੀ ਉਹਨਾਂ ਦੇ ਪਾਰਟ 'ਤੇ ਹੁੰਦਾ ਹੈ। ਹਾਂ ਇੰਨੀ ਗੱਲ ਮੈਨੂੰ ਜ਼ਰੂਰ ਲੱਗਦੀ ਹੈ ਵੀ ਐਟਲੀਸਟ ਸਮਾਂ ਬਹੁਤ ਨਿਕਲ ਗਿਆ ਹੈ। ਜੇਕਰ ਮੰਨ ਲਓ ਭਾਵੇਂ ਪ੍ਰੀਵੀਅਸ ਗਵਰਨਮੈਂਟ ਸੀਗੀ, ਭਾਵੇਂ ਹੋਣ ਵਾਲੀ ਪ੍ਰੈਜ਼ੈਂਟ ਗਵਰਨਮੈਂਟ ਹੈ, ਮੈਂ ਨਾਮ ਨਹੀਂ ਦੋਵਾਂ ਦਾ ਲੈਣਾ ਹੈ ਨਾ, ਪ੍ਰੀਵੀਅਸ ਨੇ ਹੁੰਦਿਆਂ ਉਹ ਹੋਇਆ, ਤੇ ਜਿਹੜੀ ਹੋਣ ਵਾਲੀ ਜਿਹੜੀ ਗਵਰਨਮੈਂਟ ਹੈ ਤੁਸੀਂ ਕਹ ਲਓ ਵੀ ਇਹਦੇ ਪਾਰਟ 'ਤੇ ਵੀ ਫੇਲੀਅਰ ਹੀ ਰਿਹਾ। ਐਟਲੀਸਟ ਸਾਡੇ ਸਾਹਮਣੇ
ਕੁਝ ਵੀ ਨਿਕਲ ਕੇ ਹੁਣ ਤੱਕ ਸਾਡੇ ਜਿਹੜੇ ਹੱਥ ਨੇ ਉਹ ਖਾਲੀ ਪਏ ਨੇ। ਹਾਂ, ਮੈਂ ਇੰਨੀ ਗੱਲ ਜ਼ਰੂਰ ਕਹਿਣਾ ਵੀ ਬੀਇੰਗ ਏ ਲਾਇਰ, ਮੈਂ ਇਹ ਗੱਲ ਜ਼ਰੂਰ ਕਹਿਣੀ ਚਾਹੁੰਦਾ ਕਿ ਅਸੀਂ ਲਾਇਰ ਹੋ ਕੇ ਅਸੀਂ ਕੋਈ ਫੈਕਟਸ ਕੇਸ ਤੇ ਤੁਹਾਨੂੰ ਦੱਸ ਸਕਦੇ ਹਾਂ। ਜਿਹਦੇ ਕੋਲ ਸੈਂਸਿਟਿਵ ਮੈਟਰਸ ਹੋਣ ਨਾ, ਉਹਨੂੰ ਬਾਰ-ਬਾਰ ਮੀਡੀਆ ਦੇ ਅੱਗੇ ਨਹੀਂ ਜਾਣਾ ਚਾਹੀਦਾ। ਔਰ ਇਹੀ ਗੱਲ ਹਾਈ ਕੋਰਟ ਨੇ ਵਿੱਚ ਲਈ ਵੀ ਹੈ। ਮੈਂ ਨਹੀਂ ਵੀ ਮੈਂ ਹਾਈ ਕੋਰਟ ਦਾ ਤਾਂ ਵੇਖੋ ਸਾਡੀ ਮਾਣਯੋਗ ਕੋਰਟ ਹੈ, ਜੋ ਨੇ ਵਰਡਿਕਟ ਦਿੱਤਾ ਹੈ ਵੀ ਐਟਲੀਸਟ ਜਿਹੜੀਆਂ ਕੌਨਫੀਡੈਂਸ਼ੀਅਲ ਇਨਫੋਰਮੇਸ਼ਨ ਸੀਗੀਆਂ ਜਾਂ ਕੁਝ ਗੱਲਾਂ ਸੀ, ਉਹਨਾਂ ਨੂੰ ਬਾਰ-ਬਾਰ ਮੀਡੀਆ 'ਚ ਜਾਣ ਨਾਲ ਸਗੋਂ ਇਹੀ ਚੀਜ਼ ਇੱਕ ਮਤਲਬ ਰੀਜ਼ਨ ਬਣਿਆ ਹੈ ਵੀ ਜਿਹੜਾ ਇੱਕ ਠੋਸ ਰੀਜ਼ਨ ਮੈਂ ਕਹਾਂਗਾ ਜਿਹੜੀ ਕਿ ਉੱਥੇ ਉਹਦਾ ਜਿਹੜਾ ਕੇਸ ਦੀ ਜਿਹੜੀ ਇਨਵੈਸਟੀਗੇਸ਼ਨ ਸੀ ਉਹ ਪ੍ਰੂਵ ਨਹੀਂ ਹੋਈ। ਸੋ ਮੈਂ ਇੱਕ ਚੀਜ਼ ਹੋਰ ਵੀ ਕਹਿਣੀ ਚਾਹੁੰਦਾ, ਪਿੱਛੇ ਦੇ ਜਿਹੜੇ ਹੁਣ ਆਪਣੇ ਉਹ ਤੁਸੀਂ ਦੇਖਿਆ ਹੋਣਾ ਵੀ ਜਿਹੜੇ ਉਹ 2 ਨਿਹੰਗ ਸਿੰਘਾਂ ਵਾਲਾ ਵੀ ਮਸਲਾ ਸੀ। ਸੋ ਮਸਲਾ ਤਾਂ ਉਹ ਵੀ ਇਹੀ ਸੀ। ਆਪਣੇ ਉੱਥੇ ਵੀ ਜਿਹੜੇ ਤੁਸੀਂ ਸਿੱਖ ਕਹਿ ਲਓ ਉਹ ਭਾਵੇਂ ਸ਼ਹੀਦ ਹੋਏ ਨੇ, ਹੁਣ ਉੱਥੇ ਕੋਈ ਇਸ ਘੜੀ ਜਿਹੜੇ ਸਿਨੈਰੀਓ ਸਾਡਾ ਬਣਿਆ ਹੈ ਉਹ ਹੁਣ ਸ਼ਾਂਤ ਹੈ ਇਸ ਵੇਲੇ ਲੋਕ। ਹੁਣ ਉੱਥੇ ਕੋਈ ਹਜੇ ਜਿਹੜੀਆਂ ਗੱਲਾਂ ਨੇ ਉਹ ਨਹੀਂ ਉੱਠੀਆਂ, ਉਹ ਸ਼ਾਂਤ ਰਹਿ ਗਿਆ, ਉਹਨੂੰ ਸ਼ਾਂਤੀ ਰਹਿ ਜਾਣਾ। ਸੋ ਮੇਰੇ ਕਹਿਣ ਤੋਂ ਭਾਵ ਇਹ ਹੈ ਵੀ ਇਹਨਾਂ ਦੇ ਉੱਪਰ ਮੈਂ ਕਾਂਗਰਸ ਗੌਰਮੈਂਟ ਨੂੰ ਵੀ ਕਹਿਣਾ ਚਾਹੁੰਦਾ, ਮੈਂ ਅਕਾਲੀ ਦਲ ਨੂੰ ਵੀ ਕਹਿਣਾ ਚਾਹੁੰਦਾ, ਆਪ ਵਾਲਿਆਂ ਨੂੰ ਵੀ ਕਹਿਣਾ ਚਾਹੁੰਦਾ ਵੀ ਐਟਲੀਸਟ ਇਹ ਬਾਈਬਲ ਕਲਾਂ ਦਾ ਜਿਹੜਾ ਮਸਲਾ ਹੈ ਇਹ ਬੜਾ ਸੈਂਸਿਟਿਵ ਮਸਲਾ ਹੈ। ਇਹਦੇ ਉੱਪਰ ਕਿਸੇ ਵੀ ਲੀਡਰ ਨੂੰ, ਨਾ ਹੀ ਕਿਸੇ ਪੁਲਿਸ ਅਫਸਰ ਨੂੰ ਹੈਮੋ ਨਹੀਂ ਹੋਣੀ ਚਾਹੀਦੀ ਵੀ ਯਾਰ ਜੋ ਅਸੀਂ ਕਰਤਾ ਜਾਂ ਜੋ ਗੌਰਮੈਂਟ ਨੇ ਫਲਾਣੀ ਨੇ ਕਰਤਾ ਉਹਨੇ ਕਰਤਾ, ਵੀ ਉਹਦੇ ਤੇ ਸਿਆਸਤ ਨਾ ਕਰਕੇ ਇਹਦੇ ਤੇ ਕੋਈ ਨਾ ਕੋਈ ਚੰਗਾ ਜਿਹੜਾ ਇੱਕ ਨਤੀਜਾ ਕੱਢ ਕੇ। ਦੇਖੋ ਹੁਣ ਪੁਲਿਸ ਹੈ, ਮੰਨ ਲਓ ਸਾਡੇ ਪੰਜਾਬ ਪੁਲਿਸ ਦਾ ਮੈਨੂੰ ਲੱਗਦਾ ਵੀ ਆਪਣੇ ਇੰਡੀਆ ਦੇ ਵਿੱਚ ਜਿਹੜੇ ਟੌਪ ਰੈਂਕ ਨੇ ਉਹਨਾਂ 'ਚ ਪੰਜਾਬ ਪੁਲਿਸ ਦਾ ਨਾਮ ਆਉਂਦਾ ਹੈ। ਸੋ ਐਟਲੀਸਟ ਲੋਕਾਂ ਦਾ ਜਿਹੜਾ ਫੇਥ ਹੈ ਉਹ ਸਟੈਬਲਿਸ਼ ਹੋਏਗਾ ਜੇਕਰ ਕੋਈ ਚੰਗੀ ਫਾਈਂਡਿੰਗ ਕੱਢ ਕੇ ਲੋਕਾਂ ਦੇ ਅੱਗੇ ਰੱਖਣ ਵੀ ਅਸੀਂ ਆਹ ਕੰਮ ਕਰਤਾ ਜੀ। ਉਸ ਕੇਸ ਦੇ ਵਿੱਚ ਜੇਕਰ ਸਿੱਖਾਂ ਦੇ ਨਾਲ ਧੱਕਾ ਹੋਇਆ ਸੀ ਤਾਂ ਉਹਦੇ ਅਗੇਂਸਟ ਅਸੀਂ ਆਹ ਫਾਈਂਡਿੰਗ ਕੱਢ ਕੇ ਆਹ ਬੰਦੇ ਅਸੀਂ ਅੰਦਰ ਤੱਕ। ਸੋ ਜਿੰਨਾ ਟਾਈਮ ਤੱਕ ਉਹ ਇਨਸਾਫ ਨਹੀਂ ਮਿਲਦਾ ਉਹਨਾਂ ਟਾਈਮ ਤੱਕ ਸਾਡੇ ਜਿਹੜੇ ਸਿੱਖ ਲੋਕ ਨੇ ਜਾਂ ਜਿੰਨੇ ਵੀ ਲੋਕ ਉੱਥੇ ਬਾਈਬਲ ਕਲਾਂ ਦੇ ਵਿੱਚ ਉਹ ਅੱਜ ਵੀ ਇਕੱਠੇ ਹੋਣਗੇ, ਹੁੰਦੇ ਰਹਿਣਗੇ, ਉਹਨਾਂ ਨੂੰ ਆਪਾਂ ਰੋਕ ਨਹੀਂ ਸਕਦੇ। ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਸਾਡੇ ਨਾਲ ਘੁੰਮਣ ਬ੍ਰਦਰ ਜੀ, ਜਿਨ੍ਹਾਂ ਨੇ ਬੜੇ ਕੇਸ ਲੜੇ ਨੇ, ਇਨਵੈਸਟੀਗੇਸ਼ਨ ਕੇਸ ਵੀ ਲੜੇ ਨੇ ਤੇ ਉਸ ਤੋਂ ਬਾਅਦ ਬਕਾਇਦਾ ਹਾਈ ਕੋਰਟ ਦੇ ਵਿੱਚ ਆਪਣੇ ਕਿੱਤੇ ਨਾਲ ਜੁੜੇ ਹੋਏ ਨੇ, ਐਡਵੋਕੇਟ ਨੇ। ਤੇ ਸੋ ਇਸੇ ਤਰ੍ਹਾਂ ਹੀ ਹੋਰ ਵੀ ਜਿਹੜੇ ਬੁੱਧੀਜੀਵੀ ਨੇ ਜਾਂ ਜਿਹੜੇ ਇਸ ਤਰ੍ਹਾਂ ਪੰਜਾਬ ਦੇ ਨਾਲ ਜਾਂ ਪੰਜਾਬ ਦੇ ਲੋਕਾਂ ਦੇ ਨਾਲ ਖੜਨ ਵਾਲੇ ਲੋਕ ਨੇ, ਉਹਨਾਂ ਨਾਲ ਗੱਲਬਾਤ ਕਰਵਾਉਂਦੇ ਰਵਾਂਗੇ। ਜੁੜੇ ਰਹੋ ਸਰਖਾਬ ਟੀਵੀ ਦੇ ਨਾਲ। ਮੈਨੂੰ ਤਾਂ ਫਿਲਹਾਲ ਦੇ ਲਈ ਆਗਿਆ, ਹਰਜਿੰਦਰ